ਤਾਂ ਆਪਣਾ ਜੋ ਟੌਪਿਕ ਹੈ ਉਹ ਐਗਮਾਰਕ ਪ੍ਰਮਾਣਿਕਤਾ ਦਾ ਹੈ ਕਿ ਕੁਆਲਿਟੀ ਪ੍ਰਮਾਣਿਕਤਾ ਕਿਵੇਂ ਲੈਣੀ ਹੈ। ਬਟ ਇਹ ਟੌਪਿਕ ਦੀ ਕਿਉਂ ਜ਼ਰੂਰਤ ਹੈ ਤੁਹਾਡੇ ਸਾਰਿਆਂ ਨਾਲ ਡਿਸਕਸ ਕਰਨ ਦੀ, ਉਹਦੇ ਤੋਂ ਪਹਿਲਾਂ ਮੈਂ ਥੋੜਾ ਜਿਹਾ ਤੁਹਾਨੂੰ ਇਹਦੀ ਭੂਮਿਕਾ ਬਾਰੇ ਦੱਸਣਾ ਚਾਹੂੰਗੀ ਕਿ ਇੱਕ ਫਾਰਮਰ ਦੇ ਲਈ ਇਹ ਟੌਪਿਕ ਦੀ ਜਾਂ ਇਸ ਵਿਸ਼ੇ ਦੀ ਕਿਉਂ ਜ਼ਰੂਰਤ ਪਈ ਸਾਨੂੰ। ਕਿਉਂਕਿ ਅੱਜ ਤੱਕ ਜਿੰਨੇ ਵੀ ਪਿਛਲੇ 50-60 ਸਾਲ ਤੋਂ ਜੋ ਸਾਡੀ ਰਿਸਰਚ ਵੀ ਸੀ ਜਾਂ ਸਾਡੀਆਂ ਟੈਕਨੀਕਸ ਸੀ, ਸਾਡਾ ਜੋ ਪਸਾਰ ਸਿੱਖਿਆ ਸੀ, ਉਹ ਸਾਰੀ ਪ੍ਰੋਡਕਸ਼ਨ ਵੱਲ ਸੀ ਕਿ ਪ੍ਰੋਡਕਸ਼ਨ ਨੂੰ ਕਿੱਦਾਂ ਵੱਧ ਤੋਂ ਵੱਧ ਵਧਾਇਆ ਜਾ ਸਕਦਾ ਹੈ। ਚਾਹੇ ਉਹ ਪਸ਼ੂ ਧਨ ਦੀ ਪ੍ਰੋਡਕਸ਼ਨ ਹੈ, ਚਾਹੇ ਉਹ ਐਗਰੀਕਲਚਰ ਦੀ ਹੈ ਜਾਂ ਹਾਰਟੀਕਲਚਰ ਦੀ ਹੈ। ਤਾਂ ਉਦੋਂ ਪ੍ਰੋਡਕਸ਼ਨ ਵੱਲ, ਜਾਂ ਜਿਵੇਂ ਹਰੀ ਕ੍ਰਾਂਤੀ ਵੀ ਆਈ ਕਿ ਕਿਸਾਨਾਂ ਨੂੰ ਜਾਂ ਕਿਸੇ ਵੀ ਸੂਬੇ ਨੂੰ ਅਸੀਂ ਉਹਦੇ ਵਿੱਚ ਪ੍ਰੋਡਕਸ਼ਨ ਵੱਧ ਤੋਂ ਵੱਧ ਕਿਵੇਂ ਕਰ ਸਕੀਏ ਕਿ ਸਾਨੂੰ ਕੋਈ ਚੀਜ਼ ਨੂੰ ਬਾਹਰੋਂ ਨਾ ਮੰਗਵਾਉਣਾ ਪਵੇ, ਹਨਾ। ਤਾਂ ਪ੍ਰੋਡਕਸ਼ਨ ਦੇ ਵਿੱਚ ਸਾਰੇ ਜਣੇ ਬਹੁਤ ਮਾਰ ਹੋ ਗਏ ਹੈ ਕਿ ਕਿਵੇਂ ਵੱਧ ਤੋਂ ਵੱਧ ਇਨਪੁਟਸ ਦੇ ਲਈ ਫਰਟੀਲਾਈਜ਼ਰ ਨਾਲ, ਸੀਡਸ ਨਾਲ, ਜਾਂ ਵਧੀਆ ਬੀਜਾਂ ਨਾਲ, ਜਾਂ ਬਹੁਤ ਵਧੀਆ ਵੈਰਾਈਟੀਆਂ ਦੀ ਜਿਹੜੀ ਕਾਢ ਹੋਈ ਹੈ ਉਹਦੇ ਨਾਲ ਪ੍ਰੋਡਕਸ਼ਨ 'ਚ ਤਾਂ ਮਾਰ ਹੋ ਗਏ। ਪਰ ਉਹਦੇ ਬਾਵਜੂਦ ਵੀ ਜੋ ਕਿਸਾਨ ਦੀ ਇਨਕਮ ਸੀ ਨਾ, ਜੋ ਉਹਦੀ ਆਮਦਨੀ ਫਿਰ ਵੀ ਨਹੀਂ ਵਧੀ। ਉਹਦੀ ਫਾਰਮਰ ਨੂੰ ਹਮੇਸ਼ਾ ਮਤਲਬ ਆਪਣੀ ਜਿਹੜਾ ਕੀਮਤ ਉਹਦਾ ਪ੍ਰੋਡਕਟ ਦਾ, ਉਹਦੀ ਕੀਮਤ ਉਨੀ ਮਿਲੀ ਹੋਈ ਨਹੀਂ। ਹਮੇਸ਼ਾ ਕੀ ਹੁੰਦਾ ਕਿ ਹੁਣ ਤੱਕ ਕਿ 15 ਤੋਂ 40% ਹਿੱਸਾ ਹੀ ਹੈ ਜੋ ਉਹ ਫਾਰਮਰ ਦੇ ਹਿੱਸੇ ਆਉਂਦਾ ਹੈ, ਬਾਕੀ ਵਿੱਚ ਵਪਾਰੀ ਦੇ ਜਾਂ ਕੋਈ ਮਿਡਲ ਮੈਨ ਹੁੰਦਾ ਉਹਦੇ ਹਿੱਸੇ ਚਲਾ ਜਾਂਦਾ ਹੈ। ਸੋ ਹੁਣ ਜੋ ਜ਼ਰੂਰਤ ਹੈਗੀ ਉਹ, ਕਿਉਂਕਿ ਇਹਦਾ ਇੱਕੋ ਕਾਰਨ ਹੈ ਕਿ ਆਮਦਨ ਘੱਟ ਹੋਣ ਦਾ, ਕਿ ਜੋ ਪ੍ਰੋਡਕਸ਼ਨ ਤਾਂ ਹੋਗੀ ਬਟ ਉਹਦਾ ਮੰਡੀਕਰਨ ਨਹੀਂ ਹੁੰਦਾ ਕਿਸੇ ਤਰੀਕੇ ਨਾਲ, ਹਨਾ। ਸੁਚੱਜੇ ਮੰਡੀਕਰਨ ਦੀ ਜ਼ਰੂਰਤ ਹੁੰਦੀ ਹੈ। ਤਾਂ ਉਹਦੇ ਵਾਸਤੇ ਥੋੜਾ ਜਿਹਾ ਫਾਰਮਰ ਨੂੰ ਖੁਦ, ਜਿਵੇਂ ਕਹਿ ਲਓ ਕਿ ਇੱਕ ਆਪ ਨੂੰ ਵਪਾਰਕ ਸੋਚ ਜਿਹੜੀ ਅਪਣਾਉਣ ਦੀ ਜ਼ਰੂਰਤ ਹੈ, ਕਿਉਂਕਿ ਵਪਾਰਕ ਸੋਚ ਅਪਣਾ ਕੇ ਹੀ ਤੁਸੀਂ ਆਪਣੀ ਕੀਮਤ ਦਾ ਜਿਹੜਾ ਹੈ ਪੂਰਾ ਮੁੱਲ ਪਾ ਸਕਦੇ ਹੋ, ਹਨਾ। ਇੱਕ ਹੁਣ ਮੰਨ ਲਓ ਕੋਈ ਸ਼ਹਿਦ ਤਿਆਰ ਕਰ ਰਿਹਾ ਜਾਂ ਹਲਦੀ ਤਿਆਰ ਕਰ ਰਿਹਾ, ਜੇ ਉਸੇ ਪ੍ਰੋਡਕਟ ਨੂੰ ਤੁਸੀਂ ਇੱਕ ਖੁੱਲਾ ਕਿਸੇ ਵਪਾਰੀ ਕੋਲੇ ਲੈ ਕੇ ਜਾਂਦੇ ਹੋ ਤਾਂ ਉਹ ਤੁਹਾਨੂੰ 80 ਰੁਪਏ ਕਿਲੋ ਤੁਹਾਡੇ ਤੋਂ ਲਏਗਾ, ਕਿਉਂਕਿ ਉਹ ਕਹੇਗਾ ਕਿ ਮੈਂ ਇਹਦੀ ਪੈਕਿੰਗ ਵੀ ਕਰਨੀ ਹੈ, ਮੈਂ ਇਹਦੀ ਲੇਬਲਿੰਗ ਵੀ ਕਰਨੀ ਹੈ, ਹਨਾ। ਤਾਂ ਮੈਨੂੰ ਉਹਦੇ ਉੱਪਰ ਬਹੁਤ ਖਰਚਾ ਹੈ। ਤਾਂ ਤੁਹਾਡੇ ਤੋਂ ਵੱਧ ਤੋਂ ਵੱਧ 80 ਰੁਪਏ ਦਾ ਲੈ ਲੂਗਾ, ਜਾਂ ਹੱਦ ਕੋਈ 100 ਰੁਪਏ ਕਿਲੋ ਸ਼ਾਇਦ ਲੈ ਲੇਗਾ। ਉਸ ਤੋਂ ਬਾਅਦ ਉਹ ਕੀ ਕਰਦਾ ਵਪਾਰੀ, ਉਸੇ ਪ੍ਰੋਡਕਟ ਦੇ ਵਿੱਚ ਉਹ ਮਿਲਾਵਟ ਵੀ ਕਰ ਸਕਦਾ ਹੈ, ਉਹਦੀ ਕੁਆਂਟੀਟੀ ਵਧਾ ਸਕਦਾ ਹੈ, ਉਹਦੀ ਤੇ ਜੇ ਦਾਲਾਂ ਹੈ ਤਾਂ ਉਹਦੀ ਪੋਲਿਸ਼ਿੰਗ ਵੀ ਕਰ ਸਕਦਾ ਹੈ। ਫਿਰ ਉਹ ਆਪਣਾ ਬ੍ਰਾਂਡ ਲਗਾਉਂਦਾ ਹੈ, ਉਹਦੇ ਉੱਪਰ ਆਪਣਾ ਲੇਬਲ ਲਗਾਉਂਦਾ ਹੈ, ਔਰ ਉਸੇ ਪ੍ਰੋਡਕਟ ਨੂੰ ਉਹ 80 ਰੁਪਏ ਜਿਹੜਾ ਲੈਂਦਾ ਉਹਨੂੰ 350 ਜਾਂ 400 ਰੁਪਏ ਕਿਲੋ ਵੇਚ ਦਿੰਦਾ ਹੈ, ਹਨਾ। ਤਾਂ ਇੱਕ ਜਿਹੜਾ ਕਿਸਾਨ ਹੈ ਉਹਨੂੰ ਆਪਣੇ ਉਸੇ ਪ੍ਰੋਡਕਟ ਦਾ ਜੋ ਸ਼ੁੱਧ ਸ਼ਹਿਦ ਸੀ ਉਹਦੀ ਉਹਨੂੰ ਕੀਮਤ 80 ਰੁਪਏ ਮਿਲੀ, ਬਟ ਉਹ ਜਿਹੜਾ ਵਪਾਰੀ ਜਿਹਨੇ ਤੁਹਾਡੇ ਤੋਂ ਲਿਆ, ਚਾਹੇ ਉਹਨੇ ਵਿੱਚ ਮਿਲਾਵਟ ਵੀ ਕਰਤੀ, ਉਹਨੂੰ ਉਸੇ ਕਿਲੋ ਪਿੱਛੇ ਉਹਨੂੰ 300, 350, 400 ਰੁਪਏ ਮਿਲ ਗਿਆ। ਤਾਂ ਇੱਥੇ ਇਹ ਜ਼ਰੂਰਤ ਤਾਂ ਮਹਿਸੂਸ ਹੋ ਰਹੀ ਹੈ ਕਿ ਵੀ ਇੱਕ ਜਿਹੜਾ ਕਿਸਾਨ ਹੈ ਉਹਨੂੰ ਆਪਣੇ, ਇੱਕ ਤਾਂ ਉਹਨੇ ਆਪਣੀ ਮਲਕੀਅਤ ਖੋਤੀ ਜਦੋਂ ਉਹਨੇ ਆਪਣਾ ਪ੍ਰੋਡਕਟ ਕਿਸੇ ਦੂਜੇ ਦੇ ਹੱਥ ਦੇਤਾ। ਉੱਥੇ ਉਹਦੇ ਉਸ ਪ੍ਰੋਡਕਟ ਦਾ ਇੱਕ ਤਾਂ ਮਾਲਕ ਹੀ ਨਹੀਂ ਰਿਹਾਗਾ, ਹਨਾ। ਮਾਲਕ ਵੀ ਵਪਾਰੀ ਬਣ ਗਿਆ, ਬ੍ਰਾਂਡ ਵੀ ਵਪਾਰੀ ਦਾ ਲੱਗ ਗਿਆ, ਔਰ ਉਹਦਾ ਸਾਰਾ ਜਿਹੜਾ ਮੁਨਾਫਾ ਸੀਗਾ ਉਹ ਵੀ ਵਪਾਰੀ ਨੇ ਲੈ ਲਿਆ। ਤਾਂ ਕਿਸਾਨ ਦੇ ਹਿੱਸੇ ਕੀ ਆਇਆ, 15 ਜਾਂ 20%। ਜਿਵੇਂ ਤੁਸੀਂ 80 ਰੁਪਏ ਦੀ ਬੋਟਲ ਦੇ ਰਹੇ ਹੋ, ਅੱਗੋਂ 400 ਦੀ ਵੇਚ ਰਿਹਾ, ਤਾਂ ਸਿਰਫ 20% ਹੀ ਤੁਹਾਡੇ ਹਿੱਸੇ ਆਇਆ। ਸੋ ਉਹੀ ਜੇ ਪ੍ਰੋਡਕਟ ਨੂੰ ਖੁਦ ਤੁਸੀਂ ਪੈਕ ਕਰ ਲੈਂਦੇ ਹੋ, ਪੈਕ ਕਰਕੇ ਉਹਦੇ ਉੱਪਰ ਥੋੜਾ ਬਹੁਤਾ ਚਾਹੇ ਸਟਿੱਕਰ ਲਗਾ ਦਿੰਦੇ ਹੋ ਕਿ ਵੀ ਇੰਨੀ ਤਰੀਕ ਨੂੰ ਪੈਕ ਹੋਇਆ, ਜਾਂ ਇਹ ਕਿਹਨੇ ਪੈਕ ਕੀਤਾ, ਹਨਾ। ਇੰਨੀ ਕੁ ਉਹਦੀ ਲੇਬਲਿੰਗ ਦੇ ਨਾਲ ਹੀ ਉਹਦਾ ਮੁੱਲ ਹੈ ਜਿਹੜਾ ਉਹ ਪੂਰਾ ਤੁਸੀਂ ਪਾ ਸਕਦੇ ਹੋ। ਤੁਸੀਂ ਆਪਣੇ ਜਿਹੜੇ ਤੁਹਾਡੇ ਸੰਪਰਕ 'ਚ ਆ ਉਹਨਾਂ ਨੂੰ ਆਪਣੇ ਸ਼ੁੱਧ ਚੀਜ਼ ਜਿਹੜੀ ਦੇ ਕੇ ਆਪਣਾ ਵਧੀਆ ਮੁੱਲ ਲੈ ਸਕਦੇ ਹੋ। ਔਰ ਉਸੇ ਪ੍ਰੋਡਕਟ ਦੇ ਹੀ ਹੋਗੀ ਤੁਹਾਡੀ ਥੋੜੀ ਜੀ ਵਪਾਰਕ ਸੋਚ ਅਪਣਾਉਣ ਦੀ ਗੱਲ। ਤੇ ਉਸੇ ਪ੍ਰੋਡਕਟ ਨੂੰ ਜੇਕਰ ਅਸੀਂ ਕਹੀਏ ਕਿ ਥੋੜਾ ਜਿਹਾ ਉਹਦੀ ਕੁਆਲਿਟੀ ਵੀ ਅਸੀਂ ਟੈਸਟ ਕਰਾ ਲਈਏ ਤੇ ਉਹਨੂੰ ਪੂਰਾ ਚੰਗੀ ਤਰ੍ਹਾਂ ਉਹਦੀ ਪੈਕਿੰਗ ਕਰ ਲਈਏ, ਉਹਦੇ ਤੇ ਕੋਈ ਮਾਰਕਾ ਵੀ ਲਗਾ ਦਈਏ, ਤਾਂ ਉਹੀ ਪ੍ਰੋਡਕਟ ਦਾ ਰੇਟ ਹੈ ਜਿਹੜਾ ਤੁਹਾਡਾ ਉਹ 4 ਗੁਣਾ ਹੋ ਜਾਂਦਾ ਹੈ। ਸੋ ਇਸੇ ਲਈ ਟੌਪਿਕ ਦੀ ਸ਼ੁਰੂਆਤ ਕੀਤੀ ਸੀ, ਤਾਂ ਜੋ ਇੱਕ ਫਾਰਮਰ ਹੈ ਉਹਦਾ ਜਿਹੜੇ ਪ੍ਰੋਡਕਟ ਹੈ ਉਹਦੇ ਵੱਧ ਤੋਂ ਵੱਧ ਕਿਵੇਂ ਉਹ ਮੁੱਲ ਪਾ ਸਕਦਾ ਹੈ। ਤਾਂ ਉਹਦੇ ਮੁੱਲ ਵਧੀਆ ਪਾਉਣ ਦੇ ਲਈ, ਉਹਦੇ ਸੁਚੱਜੇ ਮੰਡੀਕਰਨ ਲਈ, ਉਹ ਜੋ ਵੀ ਪ੍ਰੋਡਕਟ ਤਿਆਰ ਕਰਦਾ ਹੈ ਉਹਦੇ ਲਈ ਇਹ ਤੁਹਾਨੂੰ ਮੈਂ ਡਿਸਕਸ ਕਰਨ ਜਾ ਰਹੀ ਹਾਂ ਐਗਮਾਰਕ ਸਰਟੀਫਿਕੇਸ਼ਨ। ਕਿਉਂਕਿ ਇਹ ਥੋੜੀ ਜਿਹੀ ਕਹਿ ਲਓ ਕਿ ਵਪਾਰਕ ਸੋਚ ਤੋਂ ਬਾਅਦ ਜਦੋਂ ਇੱਕ ਤੁਸੀਂ ਉਹ ਸੋਚ ਆਉਂਦੀ ਹੈ, ਤਾਂ ਉਸ ਤੋਂ ਬਾਅਦ ਥੋੜੀ ਜਿਹੀ ਇੱਕ ਟੈਕਨੀਕਲ ਵਿਗਿਆਨਕ ਸੋਚ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਹੁਣ ਇਸ ਪ੍ਰੋਡਕਟ ਦੇ ਵਿੱਚ ਹੋਰ ਕੀ ਵਧੀਆ ਕੀਤਾ ਜਾ ਸਕਦਾ ਹੈ ਕਿ ਅਸੀਂ ਗਾਹਕ ਨੂੰ ਵੀ ਤਸੱਲੀ ਹੋਵੇ, ਸਾਡੇ ਮਨ ਨੂੰ ਵੀ ਤਸੱਲੀ ਹੋਵੇ ਕਿ ਅਸੀਂ ਵਧੀਆ ਪ੍ਰੋਡਕਟ ਦਿੱਤਾ ਔਰ ਵਧੀਆ ਮੁੱਲ ਪਾਇਆ, ਹੈ ਨਾ। ਤਾਂ ਐਗਮਾਰਕ ਜੋ ਹੈ ਇੱਕ ਭਾਰਤ ਸਰਕਾਰ ਦੀ ਕੁਆਲਿਟੀ ਪ੍ਰਮਾਣਿਕਤਾ ਦੀ ਸਕੀਮ ਹੈ। ਇਹਦੇ ਵਿੱਚ ਜਿੰਨੇ ਵੀ ਐਗਰੀਕਲਚਰ ਦੇ ਪ੍ਰੋਡਕਟ ਹੈ, ਖੇਤੀਬਾੜੀ ਤੋਂ ਜੋ ਵੀ ਪ੍ਰੋਡਕਟ ਤਿਆਰ ਹੋ ਰਿਹਾ, ਕਣਕ, ਝੋਨਾ, ਜਵਾਰ, ਮੱਕੀ, ਬਾਜਰਾ, ਜੋ ਵੀ ਇਹਦੇ ਤੋਂ ਪ੍ਰੋਡਕਟ ਤਿਆਰ ਹੋ ਰਿਹਾ, ਦਾਲਾਂ, ਹਨਾ। ਇਸ ਤੋਂ ਬਿਨਾਂ ਪਸ਼ੂ ਧਨ ਤੋਂ ਜਿਵੇਂ ਡੇਅਰੀ ਦੇ ਪ੍ਰੋਡਕਟ ਹੋ ਗਏ, ਪੋਲਟਰੀ ਦੇ ਮੀਟ, ਆਂਡੇ, ਦੁੱਧ, ਘਿਓ ਵਗੈਰਾ ਉਹ ਪ੍ਰੋਡਕਟ ਹੋ ਗਏ। ਫਿਰ ਬਾਗਬਾਨੀ ਦੇ ਪ੍ਰੋਡਕਟ ਹੋ ਗਏ, ਫਲ ਸਬਜ਼ੀਆਂ ਵਗੈਰਾ। ਸੋ ਇਹ ਸਾਰੇ ਤਰ੍ਹਾਂ ਦੇ ਪ੍ਰੋਡਕਟ ਚਾਹੇ ਉਹ ਐਗਰੀਕਲਚਰ ਦੇ ਹੈ, ਚਾਹੇ ਉਹ ਹਾਰਟੀਕਲਚਰ ਦੇ ਹੈ, ਹਨਾ, ਜਾਂ ਉਹ ਲਾਈਵ ਸਟਾਕ ਪਸ਼ੂ ਧਨ ਨਾਲ ਸੰਬੰਧਿਤ ਹੈ, ਉਹਨਾਂ ਦੀ ਕੁਆਲਿਟੀ ਦੇ ਆਧਾਰ ਦੇ ਉੱਤੇ ਗ੍ਰੇਡਿੰਗ ਕਰਨਾ, ਦਰਜਾਬੰਦੀ ਕਰਨਾ। ਦਰਜਾਬੰਦੀ ਤੁਸੀਂ ਸਮਝਦੇ ਹੋ ਨਾ, ਜਿਵੇਂ ਆਪਾਂ ਜਾਂਦੇ ਹਾਂ ਮਾਰਕੀਟ ਜਾਂਦੇ ਹਾਂ, ਇੱਕ ਰੇਹੜੀ ਵਾਲੇ ਨੇ ਵੀ ਕੀਤਾ ਹੁੰਦਾ ਕਿ ਵੀ ਆਹ ਜੀ 80 ਰੁਪਏ ਕਿਲੋ ਵਾਲੇ ਸੇਬ ਆ, 100 ਵਾਲੇ ਆ, 150 ਵਾਲੇ ਆ। ਉਹ ਗ੍ਰੇਡਿੰਗ ਹੁੰਦੀ ਆ ਕੁਆਲਿਟੀ ਦੇ ਆਧਾਰ ਤੇ, ਹਨਾ। ਕਿ ਜਿਹੜੇ ਬਹੁਤ ਉਹਨੂੰ ਲੱਗਦਾ ਕਿ
ਫਿਜ਼ੀਕਲ ਜਿਵੇਂ ਭੌਤਿਕ ਗੁਣਾਂ ਦੇ ਆਧਾਰ ਤੇ ਵੀ ਉਹਦਾ ਸ਼ੇਪ, ਸਾਈਜ਼, ਉਹਦਾ ਕਲਰ, ਉਹਦਾ weight, ਜਾਂ ਉਹਦੇ ਤੇ ਕੋਈ ਦਾਗ ਨਾ ਹੋਵੇ, ਉਹਦੇ ਤੇ ਕੋਈ ਬਿਮਾਰੀ ਦਾ ਨਿਸ਼ਾਨ ਨਾ ਹੋਵੇ, ਗਲਿਆ ਨਾ ਹੋਵੇ, ਇਸ ਤਰ੍ਹਾਂ ਦੀ ਉਹ ਗ੍ਰੇਡਿੰਗ ਦਰਜਾਬੰਦੀ ਕਰਕੇ ਉਹ ਜੇ ਛੋਟੇ ਹੁੰਦੇ ਆ ਜਿਹੜੇ, ਜਾਂ ਖਰਾਬ ਹੁੰਦੇ ਆ, ਉਹਦੀ ਅਲੱਗ ਢੇਰੀ ਬਣਾ ਦਿੰਦੇ ਆ, ਜਿਹੜੇ ਮੀਡੀਅਮ ਸਾਈਜ਼ ਦੇ ਹੁੰਦੇ ਆ ਉਹਦੀ ਅਲੱਗ ਬਣਾ ਦਿੰਦੇ ਆ, ਜਿਹੜਾ ਸਾਈਜ਼ ਵਗੈਰਾ ਬਹੁਤ ਵਧੀਆ ਹੁੰਦਾ ਉਹਦੀ ਅਲੱਗ ਬਣਾ ਦਿੰਦੇ ਆ। ਇਦਾਂ ਹੀ ਆਲੂਆਂ ਦੀ, ਇਦਾਂ ਹੀ ਹਰ ਇੱਕ ਤਰ੍ਹਾਂ ਦੇ ਪ੍ਰੋਡਕਟ ਦੀ, ਦਾਲਾਂ ਵਿੱਚ ਵੀ ਇਦਾਂ ਹੀ ਹੁੰਦਾ ਕਿ ਉਹ ਜਿਹਨੂੰ ਤੁਸੀਂ ਸਾਫ਼ ਸਫਾਈ ਕਰਕੇ ਅਲੱਗ ਪੈਕ ਤਿਆਰ ਕਰ ਦਿੰਦੇ ਹੋ ਹਨਾ। ਤਾਂ ਇਹ ਸਾਰੇ ਕਹਿ ਲਓ ਕਿ ਖੇਤੀਬਾੜੀ ਦੇ ਜਾਂ ਉਹਦੇ ਨਾਲ ਜੋ ਵੀ ਸਹਾਇਕ ਧੰਦੇ, ਜਿਵੇਂ ਬੀ ਕੀਪਿੰਗ ਹੋ ਗਿਆ ਜਿਹਦੇ ਚ ਸ਼ਹਿਦ ਵਗੈਰਾ ਆ ਜਾਂਦਾ, ਬਾਗਬਾਨੀ ਦੇ, ਡੇਅਰੀ ਦੇ, ਪੋਲਟਰੀ ਦੇ, ਉਹਨਾਂ ਸਾਰੇ ਜੋ ਵੀ ਉਹਨਾਂ ਚ ਪ੍ਰੋਡਕਟ ਆ ਜਾਂਦੇ ਆ, ਉਹਨਾਂ ਦੀ ਕੁਆਲਿਟੀ ਦੇ ਆਧਾਰ ਤੇ ਦਰਜਾਬੰਦੀ ਕਰਨੀ, ਫਿਰ ਉਹਦੇ ਤੇ ਕੋਈ ਕੁਆਲਿਟੀ ਮਾਰਕਾ ਦਾ ਨਿਸ਼ਾਨ ਲਗਾ ਦੇਣਾ, ਤਾਂ ਜੋ ਕਿ ਗਾਹਕ ਨੂੰ ਵੀ ਲੈਣ ਵੇਲੇ ਤਸੱਲੀ ਹੋਵੇ ਕਿ ਇਹ ਜਿਹੜਾ ਪ੍ਰੋਡਕਟ ਹੈ ਉਹ ਇਹਦੀ ਕੁਆਲਿਟੀ ਟੈਸਟਿੰਗ ਹੋਈ ਵੀ ਹੈ, ਗ੍ਰੇਡਿੰਗ ਹੋਈ ਵੀ ਹੈ, ਔਰ ਇਹਦੀ ਕੁਆਲਿਟੀ ਲੈਬ ਦੇ ਵਿੱਚ ਟੈਸਟ ਹੋਈ ਵੀ ਹੈ। ਸੋ ਇਹ ਐਗ ਮਾਰਕ ਜਿਹੜੀ ਇਹ ਕੁਆਲਿਟੀ ਪ੍ਰਮਾਣਕਤਾ ਸਕੀਮ ਹੈ ਆਪਣੇ ਭਾਰਤ ਸਰਕਾਰ ਦੀ, ਜਿਹਨੂੰ ਸਾਰੇ ਸੂਬਿਆਂ ਦੇ ਵਿੱਚ, ਪੰਜਾਬ ਸਰਕਾਰ ਦੇ ਵਿੱਚ ਐਗਰੀਕਲਚਰ ਡਿਪਾਰਟਮੈਂਟ ਹੈ ਜਿਹੜੀ ਇਹ ਸਕੀਮ ਨੂੰ ਲਾਗੂ ਕਰਦੇ। ਸੋ ਇਹ ਸੀਗਾ ਐਗ ਮਾਰਕ। ਇਹ ਹੈਗਾ ਐਗ ਮਾਰਕ ਦਾ ਨਿਸ਼ਾਨ। ਤੁਸੀਂ ਜਿਵੇਂ ਕਦੇ ਕਿਤੇ ਦੁਕਾਨ ਤੇ, ਸਟੋਰ 'ਚ, ਜਾਂ ਕਿਤੇ ਵੀ ਕੋਈ ਸਮਾਨ ਲੈਣ ਜਾਂਦੇ ਹੋ, ਕਰਿਆਨੇ ਦੀ ਦੁਕਾਨ ਤੇ, ਜਿਵੇਂ ਤੇਲ ਹੈ, ਆਟਾ, ਵੇਸਣ, ਮਸਾਲੇ, ਹਨਾ, ਇਦਾਂ ਦਾ ਸਮਾਨ, ਕੋਈ ਵੀ ਸ਼ਹਿਦ ਹੈ ਲੈਣ ਜਾਓਗੇ, ਜੇਕਰ ਉਹਦੇ ਤੇ, ਜੇ ਤੁਸੀਂ ਐਗ ਮਾਰਕ ਲੈਣਾ ਹੋਊਗਾ ਤਾਂ ਉਹਦੇ ਤੇ ਇਹ ਵਾਲਾ ਨਿਸ਼ਾਨ ਹੈ ਜਿਹੜਾ CA ਨੰਬਰ ਜਿਹਦੇ ਤੇ ਲਿਖਿਆ ਹੋਊਗਾ, ਇਹ ਲੋਗੋ ਜ਼ਰੂਰ ਬਣਿਆ ਹੋਊਗਾ, ਇਹ ਉਹਦੀ ਨਿਸ਼ਾਨੀ ਹੈ ਐਗ ਮਾਰਕ ਦੀ, ਜਿਹੜਾ ਸਾਨੂੰ ਕਿ ਉਹਦੀ ਸ਼ੁੱਧਤਾ ਦੀ, ਉਹਦੀ ਕੁਆਲਿਟੀ ਦੀ ਆਪਾਂ ਨੂੰ ਗਰੰਟੀ ਦਿੰਦਾ ਹੈ। ਸੋ ਇਸ ਤੋਂ ਬਾਅਦ ਆ ਜਾਂਦਾ ਕਿ ਐਗ ਮਾਰਕ ਦੀ ਜ਼ਰੂਰਤ ਕਿਉਂ ਹੈ। ਐਕਚੁਅਲੀ ਐਗ ਮਾਰਕ ਦੀ ਜ਼ਰੂਰਤ ਇਸ ਲਈ ਪਈ ਕਿਉਂਕਿ ਆਪਣੇ ਕਹਿ ਲਓ ਕਿ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਉਹ ਹੈਗੀ ਹੈ ਮਿਲਾਵਟ ਦੀ, ਹੈ ਨਾ। ਖਾਦ ਪਦਾਰਥਾਂ ਦੇ ਵਿੱਚ ਮਿਲਾਵਟ ਦੀ ਜਿਹੜੀ ਪ੍ਰੋਬਲਮ ਹੈ ਉਹ ਸਭ ਤੋਂ ਵੱਡੀ ਹੈ। ਵੈਸੇ ਤਾਂ ਮਿਲਾਵਟ ਹਰ ਚੀਜ਼ 'ਚ ਹੋ ਰਹੀ ਹੈ, ਬਿਲਡਿੰਗ ਮਟੀਰੀਅਲ 'ਚ ਵੀ ਹੋ ਰਹੀ ਹੈ, ਹੈ ਨਾ, ਹੋਰ ਚੀਜ਼ਾਂ 'ਚ ਵੀ ਹੋ ਰਹੀ ਹੈ, ਬਟ ਖਾਦ ਪਦਾਰਥਾਂ ਦੀ ਜਿਹੜੀ ਮਿਲਾਵਟ ਹੈ ਉਹ ਸਭ ਤੋਂ ਖਤਰਨਾਕ ਹੈ, ਕਿਉਂਕਿ ਉਹ ਜਿਹੜੀ ਉਹ ਸਾਡੀ ਸਿਹਤ ਨੂੰ ਸਿੱਧਾ ਪ੍ਰਭਾਵਿਤ ਕਰਦੀ ਹੈ। ਹੁਣ ਜਿਵੇਂ ਹਲਦੀ ਹੈ, ਹਲਦੀ ਦੇ ਵਿੱਚ ਕੀ ਕੀਤਾ ਜਾਂਦਾ ਕਿ ਜਿਹੜਾ ਆਪਣਾ ਟੈਲਕਮ ਪਾਊਡਰ ਹੁੰਦਾ, ਪਿੰਡੇ ਤੇ ਪਾਉਣ ਵਾਲਾ ਜਿਹੜਾ ਪਾਊਡਰ ਹੋ ਗਿਆ, ਉਹ ਹੋ ਗਿਆ, ਜਾਂ ਬਹੁਤ ਘਟੀਆ ਕਿਸਮ ਦਾ ਕੋਈ ਸਟਾਰਚ ਹੋ ਗਿਆ, ਹਨਾ, ਉਹਦੇ ਉੱਤੇ, ਜਾਂ ਪੁਰਾਣੇ ਕੋਈ ਚਾਵਲਾਂ ਦਾ ਆਟਾ ਹੋ ਗਿਆ, ਉਹਦੇ ਉੱਪਰ ਲੈਡ ਕ੍ਰੋਮੇਟ ਇੱਕ ਰਸਾਇਣ ਆਉਂਦਾ ਹੈ, ਉਹਦੇ ਨਾਲ ਉਹਦੇ ਤੇ ਕਲਰ ਚੜਾ ਦਿੱਤਾ ਜਾਂਦਾ। ਔਰ ਇਹ ਲੈਡ ਜਿਹੜਾ ਕ੍ਰੋਮੇਟ ਹੈ ਉਹ ਇੰਨਾ ਹਾਨੀਕਾਰਕ ਜਿਹੜਾ ਰਸਾਇਣ ਹੁੰਦਾ ਕਿ ਜਿਹੜਾ ਤੁਹਾਨੂੰ ਕੈਂਸਰ ਵਗੈਰਾ ਵੀ ਕਰ ਦਿੰਦਾ ਹੈ। ਏਦਾਂ ਹੀ ਲਾਲ ਮਿਰਚ ਪਾਊਡਰ ਦੇ ਵਿੱਚ ਇੱਟਾਂ ਦਾ ਬੂਰਾ ਜਾਂ ਲੱਕੜ ਦੇ ਬੂਰੇ ਦੇ ਉੱਪਰ ਲਾਲ ਰੰਗ ਮਿਲਾ ਕੇ ਮਿਕਸ ਕਰ ਦਿੰਦੇ ਆ, ਜਿਹੜਾ ਕਿ ਸਾਡੀਆਂ ਅੰਤੜੀਆਂ 'ਚ ਜ਼ਖਮ ਕਰਦਾ ਹੈ ਜਾਂ ਉਹਨਾਂ ਨੂੰ ਕੈਂਸਰ ਕਰ ਦਿੰਦਾ ਹੈ। ਏਦਾਂ ਹੀ ਦਾਲਾਂ ਦੇ ਉੱਪਰ ਉਹਦੇ ਤੇ ਪਾਲਿਸ਼ਿੰਗ ਕਰ ਦਿੰਦੇ ਆ, ਕੋਈ ਪੀਲੇ ਜਿਹੇ ਰੰਗ ਦੀ, ਮੈਟਰਨਲ ਯੈਲੋ ਦੀ, ਜਾਂ ਇੱਕ ਜੰਗਲੀ ਮਟਰ ਆਉਂਦੇ ਆ ਉਹ ਵਿੱਚ ਮਿਕਸ ਕਰ ਦਿੰਦੇ ਆ। ਉਹ ਜੰਗਲੀ ਮਟਰ ਦੇ ਵਿੱਚ ਵੀ ਕੋਈ ਇੱਕ ਇਹੋ ਜਿਹਾ ਕੈਮੀਕਲ ਹੁੰਦਾ ਜਿਹੜਾ ਬਾਡੀ ਨੂੰ ਕਹਿ ਲਓ ਕਿ ਪੈਰਾਲਿਸਿਸ ਕਰ ਦਿੰਦਾ, ਅਧਰੰਗ ਕਰ ਦਿੰਦਾ, ਜੇ ਥੋੜੀ ਜਿਹੀ ਮਾਤਰਾ 'ਚ ਵੀ ਹੋਵੇ। ਹਨੀ ਹੈ, ਉਹ ਵੀ ਤੁਸੀਂ ਦੇਖ ਲਓਗੇ ਸ਼ਾਇਦ ਪੂਰਾ ਚੀਨੀ ਤੋਂ ਵੀ ਤਿਆਰ ਕਰ ਰਹੇ ਆ ਕਈ ਜਣੇ, ਹਨਾ। ਦੁੱਧ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ, ਜਿਵੇਂ ਯੂਰੀਆ ਹੋ ਗਿਆ, ਫਾਰਮੈਲਡੀਹਾਈਡ ਹੋ ਗਿਆ, ਸਟਾਰਚ ਦੇ ਵਾਸਤੇ ਕੋਈ ਵੀ ਚੀਜ਼, ਚਾਹੇ ਆਪਣਾ ਆਲੂਆਂ ਦਾ ਫੇਕੇ, ਆਲੂ ਫੇਕੇ, ਜਾਂ ਕੋਈ ਸ਼ਕਰਕੰਦੀ ਦਾ ਜਿਹੜਾ ਸਟਾਰਚ ਹੁੰਦਾ ਉਹ ਮਿਕਸ ਕਰ ਦਿੰਦੇ ਆ। ਪਸ਼ੂਆਂ ਦੀ ਚਰਬੀ, ਜ਼ਿਆਦਾਤਰ ਸ਼ੂਗਰ ਜਿਹੜੀ ਦੀ ਸੂਰ ਦੀ ਚਰਬੀ ਆ ਉਹ ਮਿਕਸ ਕੀਤੀ ਜਾਂਦੀ ਹੈ। ਏਦਾਂ ਹੀ ਖੋਆ ਹੈ, ਘਿਓ ਹੈ, ਇਹ ਸਾਰੀਆਂ ਚੀਜ਼ਾਂ ਸਟਾਰਚ ਦੇ ਵਿੱਚ ਪਸ਼ੂ ਦੀ ਚਰਬੀ ਮਿਲਾ ਕੇ ਜ਼ਿਆਦਾਤਰ ਬਣਾਈਆਂ ਜਾਂਦੀਆਂ। ਤੇ ਜਿਹੜਾ ਤੇਲ ਹੋ ਗਿਆ, ਤੇਲ ਦੇ ਵਿੱਚ ਆਰਜੀਮੋਨ, ਇੱਕ ਪੋਲੀ ਦਾ ਬੀਜ ਹੁੰਦਾ ਜਿਹੜਾ ਬਿਲਕੁਲ ਸਰੋਂ ਦੇ ਬੀਜ ਵਰਗਾ ਹੁੰਦਾ, ਉਹ ਮਿਕਸ ਕਰਕੇ ਉਹਨੂੰ ਪੀਸ ਦਿੰਦੇ ਆ, ਕਿਉਂਕਿ ਜਿਹੜਾ ਇਹ ਆਰਜੀਮੋਨ ਵੀ, ਇਹਦੇ ਵਿੱਚ ਵੀ ਕਿਹੋ ਜਿਹੇ ਕੈਮੀਕਲ ਹੁੰਦੇ ਆ ਜਿਹੜੇ ਤੁਹਾਨੂੰ ਅੰਧਰਾਤਾ ਵੀ ਕਿਸੇ ਨੂੰ ਕਰ ਸਕਦੇ ਆ, ਜੋ ਕੰਜ਼ਿਊਮ ਕਰਦਾ, ਜਾਂ ਉਹਨੂੰ ਪੂਰੀ ਤਰ੍ਹਾਂ ਅੰਨਾਪਨ ਵੀ ਆ ਸਕਦਾ। ਸੋ ਹੁਣ ਇਹ ਦੇਖੋ, ਇਹ ਉਹ ਚੀਜ਼ਾਂ ਹੈ ਜਿਹੜੀਆਂ ਰੋਜ਼ ਅਸੀਂ ਆਪਣੀ ਕਿਚਨ ਦੇ ਵਿੱਚ ਵਰਤੇ ਬਿਨਾਂ ਨਹੀਂ ਰਹਿ ਸਕਦੇ, ਜਿਹੜੀਆਂ ਡੇਲੀ ਵਰਤੋਂ 'ਚ ਆਉਣ ਵਾਲੀਆਂ ਚੀਜ਼ਾਂ। ਸਭ ਤੋਂ ਜ਼ਿਆਦਾ ਮਿਲਾਵਟ ਉਹਨਾਂ ਚੀਜ਼ਾਂ 'ਚ ਹੁੰਦੀ ਹੈ, ਕਿਉਂਕਿ ਇਹਨਾਂ ਦੀ ਖਪਤ ਜ਼ਿਆਦਾ ਹੁੰਦੀ ਹੈ, ਇਸ ਲਈ ਇਹਨਾਂ 'ਚ ਮਿਲਾਵਟ ਕਰਨ ਦਾ ਫਾਇਦਾ ਜ਼ਿਆਦਾ ਹੁੰਦਾ ਹੈ। ਸੋ ਇੱਕ ਤਾਂ ਸਭ ਤੋਂ ਵੱਡਾ ਕਾਰਨ ਇਹ ਹੈ ਮਿਲਾਵਟ, ਜੋ ਸਾਡੀ ਸਿਹਤ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦਾ ਹੈ। ਉਸ ਮਿਲਾਵਟ ਤੋਂ ਨਿਜਾਤ ਪਾਉਣ ਵਾਸਤੇ ਸਾਨੂੰ, ਇਹ ਸਾਡੇ ਲਈ ਜ਼ਰੂਰੀ ਹੈ ਕਿ ਜੋ ਅਸੀਂ ਪ੍ਰੋਡਕਟ ਤਿਆਰ ਕਰੀਏ ਜਾਂ ਅਸੀਂ ਬਾਜ਼ਾਰ 'ਚੋਂ ਪ੍ਰੋਡਕਟ ਜਿਹੜੇ ਖਰੀਦੀਏ, ਉਹਨਾਂ ਦੀ ਕੁਆਲਿਟੀ ਹੈ ਜਿਹੜੀ ਉਹ ਮਤਲਬ ਪੂਰੀ ਤਰ੍ਹਾਂ ਟੈਸਟਡ ਹੋਵੇ। ਉਹਦੇ ਤੇ ਕੋਈ ਇਹੋ ਜਿਹਾ ਨਿਸ਼ਾਨ, ਜਿਵੇਂ ਆਪਾਂ ਹੁਣ ਮੋਟਰਾਂ ਲੈਂਦੇ ਹਾਂ, ਕੋਈ ਪੱਖੇ ਲੈਂਦੇ ਹਾਂ, ਮਸ਼ੀਨਰੀ ਦਾ ਸਮਾਨ ਲੈਂਦੇ, ਤਾਂ ਅਸੀਂ ਕਹਿੰਦੇ ਕਿ ISI ਮਾਰਕਾ ਲੈ ਲਓ, ਹਨਾ, ਕਿਉਂਕਿ ਉਹ ਟੈਸਟ ਹੋਇਆ ਹੋਇਆ ਹੁੰਦਾ। ਏਦਾਂ ਹੀ ਕੱਪੜਿਆਂ ਦੇ ਮਾਮਲੇ 'ਚ ਅਸੀਂ ਕਹਿ ਦਿੰਦੇ ਹਾਂ ਕਿ ਆਹ ਵਾਲਾ ਬ੍ਰਾਂਡ ਦਾ ਲੈ ਲਓ, ਜਾਂ ਜੁੱਤੀਆਂ ਦੇ ਮਾਮਲੇ 'ਚ ਵੀ ਨਾਈਕੀ ਦਾ ਲੈ ਲਓ, ਸਕੈਚਰ ਦਾ ਲੈ ਲਓ, ਕਿਉਂਕਿ ਸਾਨੂੰ ਉਹਦੇ 'ਚ ਇੱਕ ਤਸੱਲੀ ਹੁੰਦੀ ਹੈ ਕਿ ਵੀ ਇਹਦੀ ਕੁਆਲਿਟੀ ਦਾ ਸਾਨੂੰ ਪਤਾ ਹੁੰਦਾ ਹੈ। ਉੱਦਾਂ ਹੀ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ, ਉਹਦੇ ਵਿੱਚ ਵੀ ਕੋਈ ਇਹੋ ਜਿਹੀ ਪ੍ਰਮਾਣਿਕਤਾ ਦਾ ਨਿਸ਼ਾਨ ਹੋਣਾ ਬਹੁਤ ਜ਼ਰੂਰੀ ਸੀ ਕਿ ਜਿਹਦੇ ਨਾਲ ਸਾਨੂੰ ਇਹ ਤਸੱਲੀ ਹੋਵੇ ਕਿ ਜਿਹੜਾ ਇਹ ਲੈਬੋਰਟਰੀ ਦੇ ਵਿੱਚ ਟੈਸਟ ਹੋਇਆ ਹੋਇਆ, ਔਰ ਇਹਦਾ ਸਾਡੀ ਸਿਹਤ ਤੇ ਜ਼ਿਆਦਾ ਮਾੜਾ ਅਸਰ ਨਹੀਂ ਹੋਊਗਾ, ਹਨਾ। ਸੋ ਇੱਕ ਤਾਂ ਮਿਲਾਵਟ ਕਾਰਨ ਹੋ ਗਈ। ਦੂਸਰਾ ਕਾਰਨ ਇਹ ਹੈ ਕਿ ਜੇ ਹੁਣ ਕੋਈ ਜਿਹੜਾ ਇੱਕ ਆਪਣਾ ਸੂਬੇ ਦਾ ਹੋ ਗਿਆ, ਜਾਂ ਇੱਕ ਪ੍ਰੋਡਿਊਸਰ ਦਾ, ਕਿਸਾਨ ਦਾ ਇੱਕ ਰੈਪੂਟੇਸ਼ਨ ਹੁੰਦਾ ਹੈ,
ਉਹ ਵੀ ਪ੍ਰਭਾਵਿਤ ਹੁੰਦਾ ਹੈ। ਮੰਨ ਲਓ ਸ਼ਾਇਦ ਪੰਜਾਬ ਚੋਂ ਸ਼ਾਇਦ ਬਾਹਰ ਜਾਂਦਾ ਹੈ, ਉਹ ਸ਼ਾਇਦ ਫੇਲ ਹੋ ਜਾਂਦਾ ਹੈ, ਜਾਂ ਕੋਈ ਵੀ ਚੀਜ਼ ਹੈ ਇੱਥੋਂ ਹਲਦੀ ਬਾਹਰ ਜਾਂਦੀ ਹੈ, ਉਹ ਉਹਨਾਂ ਦੇ ਸਟੈਂਡਰਡ ਦੇ ਹਿਸਾਬ ਨਾਲ ਬਾਹਰਦਿਆਂ ਦੇ ਨਾਲ ਸਹੀ ਨਹੀਂ ਹੁੰਦੀ ਜਾਂ ਉਹ 'ਚ ਮਿਲਾਵਟ ਲੱਗਦੀ ਹੈ, ਤਾਂ ਉਹਦੇ ਨਾਲ ਆਪਣੇ ਪੂਰੇ ਸੂਬੇ ਦਾ ਜਿਹੜਾ ਆਪਣਾ ਚੀਜ਼ਾਂ ਨੂੰ ਐਕਸਪੋਰਟ ਕਰਨ ਦੀ ਜਿਹੜੀ ਸਾਡੀ ਇੱਕ ਰੈਪੂਟੇਸ਼ਨ ਹੁੰਦੀ ਹੈ ਨਾ, ਉਹ ਖਰਾਬ ਹੁੰਦੀ ਹੈ। ਉਹਦੇ ਨਾਲ ਕੀ ਹੁੰਦਾ, ਫਾਰਮਰ ਨੂੰ ਹੀ ਫਿਰ ਨੁਕਸਾਨ ਹੁੰਦਾ ਹੈ, ਕਿਉਂਕਿ ਜਦੋਂ ਲੱਗਦਾ ਕਿ ਉਹਨਾਂ ਨੂੰ ਕਿ ਪੰਜਾਬ ਚੋਂ ਆਹ ਚੀਜ਼ ਜਿਹੜੀ ਆਈ ਸੀ ਉਹ ਫੇਲ ਸੀ ਜਾਂ ਉਹ ਨਹੀਂ ਪਾਸ ਸੀ, ਤਾਂ ਉਹਦੇ ਨਾਲ ਜਿਹੜੇ ਪ੍ਰੋਡਿਊਸਰ ਪਿਓਰ ਚੀਜ਼ ਤਿਆਰ ਕਰ ਰਿਹਾ, ਪਿਓਰ ਸ਼ਹਿਦ ਤਿਆਰ ਕਰ ਰਿਹਾ, ਪਿਓਰ ਹਲਦੀ, ਆਟਾ, ਵੇਸਣ ਜੋ ਵੀ ਤਿਆਰ ਕਰ ਰਿਹਾ, ਉਹਨਾਂ ਦੀ ਜਿਹੜੀ ਮਾਰਕੀਟਿੰਗ ਹੁੰਦੀ ਆ, ਉਹਨਾਂ ਦੇ ਪ੍ਰੋਡਕਟ ਦੀ ਮੰਡੀ ਕਰਨਾ, ਉਹ ਵੀ ਪ੍ਰਭਾਵਿਤ ਹੁੰਦੀ ਆ। ਉਹਨਾਂ ਨੂੰ ਵੀ ਪੂਰਾ ਮੁੱਲ ਕਿਸੇ ਨੂੰ ਨਹੀਂ ਮਿਲਦਾ, ਕਿਉਂਕਿ ਇੱਕ ਆਪਣੇ ਤੇ ਕਹਿ ਲਓ ਕਿ ਪੂਰੇ ਸੂਬੇ ਤੇ ਕੋ ਧੱਬਾ ਲੱਗ ਜਾਂਦਾ ਕਿ ਵੀ ਹਾਂ ਇਹਨਾਂ ਦਾ ਜਿਹੜਾ ਇਹ ਪ੍ਰੋਡਕਟ ਹੈ ਜਿਹੜਾ ਇੱਥੇ ਇਹ ਨਕਲੀ ਤਿਆਰ ਹੋ ਰਿਹਾ ਜਾਂ ਨਕਲੀ ਗਿਆ ਸੀ ਬਾਹਰ, ਕਿਉਂਕਿ ਜਿਹੜੀ ਚੀਜ਼ ਫੜੀ ਜਾਂਦੀ ਹੈ ਫਿਰ ਉਹਦੇ ਕਰਕੇ ਉਹ ਸਾਰੇ ਤੇ ਉਹ ਹੁੰਦਾ ਹੈ। ਸੋ ਮਿਲਾਵਟ ਵੀ ਹੋ ਗਿਆ, ਫਿਰ ਇੱਕ ਸਾਡਾ ਇੱਕ ਜਿਹੜਾ ਐਕਸਪੋਰਟ ਕਰਨ ਦਾ ਸਾਡਾ ਪੋਟੈਂਸ਼ੀਅਲ ਹੈ ਜਾਂ ਸਾਡਾ ਫਾਰਮਰਸ ਦਾ ਜਿਹੜਾ ਰੈਪੂਟੇਸ਼ਨ ਹੈ ਉਹ ਵੀ ਪ੍ਰਭਾਵਿਤ ਹੁੰਦਾ ਹੈ ਹਨਾ। ਇਸ ਤੋਂ ਬਿਨਾਂ ਇੱਕ ਵਪਾਰੀ ਵੀ, ਮੰਨ ਲਓ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਵਿੱਚ ਵਪਾਰੀਆਂ ਨੂੰ ਵੀ ਦੇਣੀਆਂ ਪੈਂਦੀਆਂ, ਤਾਂ ਉਹ ਵਪਾਰੀ ਲਈ ਵੀ ਵਪਾਰ ਕਰਨਾ ਜਿਹੜਾ ਮੁਸ਼ਕਿਲ ਹੋ ਜਾਂਦਾ ਜੇਕਰ ਉਹਦੇ ਹੱਥ ਦੇ ਵਿੱਚ ਪ੍ਰੋਡਕਟ ਹੈ ਜਿਹੜਾ ਉਹ ਟੈਸਟਡ ਨਹੀਂ ਹੁੰਦਾ। ਤੇ ਇੱਕ ਖਪਤਕਾਰ ਦੇ ਤੌਰ ਤੇ, ਖਪਤਕਾਰ ਤਾਂ ਆਪਾਂ ਸਾਰੇ ਹੀ ਹੈ, ਚਾਹੇ ਉਹ ਫਾਰਮਰ ਹੈ, ਚਾਹੇ ਉਹ ਵਪਾਰੀ ਹੈ ਹਨਾ, ਖਪਤਕਾਰ ਸਾਰੇ ਹੀ ਹੈ। ਤਾਂ ਖਪਤਕਾਰ ਦੇ ਲਈ ਵੀ ਇੱਕ ਕੁਆਲਿਟੀ ਪ੍ਰੋਡਕਟ ਹੋਣਾ, ਸ਼ੁੱਧ ਪ੍ਰੋਡਕਟ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਐਗ ਮਾਰਕ ਦੀ ਜ਼ਰੂਰਤ ਪਈ ਸੀ, ਤਾਂ ਭਾਰਤ ਸਰਕਾਰ ਨੇ ਇਹ ਸਕੀਮ ਸ਼ੁਰੂ ਕੀਤੀ ਸੀਗੀ ਐਗ ਮਾਰਕ ਦੀ। ਹੁਣ ਇਹਦੇ 'ਚ ਦੱਸਾਂਗੇ ਕਿ ਕਿਹੜੇ ਕਿਹੜੇ ਪ੍ਰੋਡਕਟ ਹੈ ਜਿਹੜੇ ਉਹ ਐਗ ਮਾਰਕ ਹੋ ਸਕਦੇ ਆ। ਦੋ ਤਰ੍ਹਾਂ ਦੇ ਪ੍ਰੋਡਕਟ ਹੁੰਦੇ ਆ, ਇੱਕ ਤਾਂ ਜਿਹੜੇ ਪੀਸੇ ਹੋਏ ਪ੍ਰੋਡਕਟ ਹੋ ਗਏ, ਪ੍ਰੋਸੈਸਡ ਪ੍ਰੋਡਕਟ ਹੋ ਗਏ ਹਨਾ, ਜਿਹਦੇ 'ਚ ਤੇਲ, ਘਿਓ, ਆਟਾ, ਵੇਸਣ, ਮਸਾਲੇ, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ, ਕਿਉਂਕਿ ਇਹ ਜਿਹੜੇ ਜਿੰਨੇ ਵੀ ਪ੍ਰੋਸੈਸ ਕੀਤੀਆਂ ਹੋਈਆਂ ਚੀਜ਼ਾਂ ਹੁੰਦੀਆਂ ਨਾ, ਸਭ ਤੋਂ ਜ਼ਿਆਦਾ ਮਿਲਾਵਟ ਇਹਨਾਂ 'ਚ ਹੋਣ ਦੇ ਚਾਂਸ ਹੁੰਦੇ ਆ। ਸੋ ਇਹਨਾਂ ਦੀ ਪ੍ਰੋਪਰ ਕੈਮੀਕਲ ਟੈਸਟਿੰਗ ਹੁੰਦੀ ਹੈ ਲੈਬੋਰਟਰੀ ਦੇ ਵਿੱਚ। ਸੋ ਇਹ ਪ੍ਰੋਡਕਟ ਆ ਗਏ ਇਹਦੇ ਵਿੱਚ। ਦੂਜੇ ਹੋਲ ਪ੍ਰੋਡਕਟ ਆ ਜਾਂਦੇ ਆ, ਜਿਵੇਂ ਆਟਾ ਹੋ ਗਿਆ, ਚਾਵਲ ਹੋ ਗਏ ਹਨਾ, ਮੂੰਗਫਲੀਆਂ ਹੋ ਗਈਆਂ, ਨਟਸ ਹੋ ਗਏ, ਦਾਲਾਂ ਹੋ ਗਈਆਂ, ਫਲ, ਸਬਜ਼ੀਆਂ, ਆਂਡੇ ਵਗੈਰਾ, ਇਹ ਸਾਰੇ ਪ੍ਰੋਡਕਟ ਆ ਜਾਂਦੇ ਆ। ਇਹਨਾਂ ਦੀ ਜ਼ਿਆਦਾਤਰ ਭੌਤਿਕ ਗੁਣਾਂ ਦੇ ਆਧਾਰ ਤੇ ਹੁੰਦੀ ਹੈ, ਔਰ ਜਿਹੜੇ ਪ੍ਰੋਸੈਸਡ ਪ੍ਰੋਡਕਟ ਹੁੰਦੇ ਆ ਉਹਨਾਂ ਦੀ ਕੈਮੀਕਲ ਦੇ ਟੈਸਟਿੰਗ ਹੁੰਦੀ ਹੈ ਪ੍ਰੋਪਰ। ਸੋ ਟੋਟਲ 250 ਪ੍ਰੋਡਕਟ ਹੈ ਇਸ ਟਾਈਮ ਇੰਡੀਆ ਦੇ ਵਿੱਚ, ਜਿਨ੍ਹਾਂ ਦੀ ਐਗ ਮਾਰਕ ਦੇ ਅੰਡਰ, ਜਿਨ੍ਹਾਂ ਦੀ ਗ੍ਰੇਡਿੰਗ ਹੋ ਰਹੀ ਹੈ, ਟੈਸਟਿੰਗ ਹੋ ਰਹੀ ਹੈ, ਪੈਕਿੰਗ ਹੋ ਰਹੀ ਹੈ, ਔਰ ਉਹਨਾਂ ਦੀ ਸੇਲ ਹੋ ਰਹੀ ਹੈ। ਇਹਦੇ ਵਿੱਚ ਸਾਰੇ ਅਨਾਜ ਵਾਲੇ ਵੀ ਆ ਜਾਂਦੇ ਆ, ਫਲ ਸਬਜ਼ੀਆਂ ਆ ਜਾਂਦੇ ਆ, ਮਸਾਲੇ ਆ ਜਾਂਦੇ ਆ, ਜਿੰਨੇ ਵੀ ਨਟਸ ਯਾਨੀ ਕਿ ਮੂੰਗਫਲੀਆਂ, ਡਰਾਈ ਫਰੂਟ ਸਾਰੇ ਆ ਗਏ, ਤੇਲ ਬੀਜ ਵਾਲੀਆਂ ਸਾਰੀਆਂ ਫਸਲਾਂ ਆ ਗਈਆਂ, ਈਵਨ ਉਹ ਆਇਲ ਕੇਕ, ਜਿਹੜੇ ਵੈਜੀਟੇਬਲ ਆਇਲ, ਸਾਰੇ ਤਰ੍ਹਾਂ ਦੇ ਜਿਹੜੇ ਬਨਸਪਤੀ ਤੇਲ ਆ ਜਾਂਦੇ ਆ ਹਨਾ, ਰੇਸ਼ੇਦਾਰ ਫਸਲਾਂ ਜਿਹੜੀਆਂ ਆ ਜਾਂਦੀਆਂ ਉਹ ਆ ਗਈਆਂ, ਡੇਅਰੀ ਤੇ ਪੋਲਟਰੀ ਦੇ ਪ੍ਰੋਡਕਟ ਆ ਗਏ, ਹੋਰ ਵੀ ਬਹੁਤ ਸਾਰੇ ਜਿਵੇਂ ਸ਼ਹਿਦ, ਆਂਵਲਾ, ਸਿੱਕਾ ਕਈ, ਇਸ ਤਰ੍ਹਾਂ ਦੇ ਕਈ ਪ੍ਰੋਡਕਟ ਹੈ। ਸੋ 250 ਪ੍ਰੋਡਕਟ ਹੈ ਜਿਨ੍ਹਾਂ ਦੀ ਐਗ ਮਾਰਕ ਦੇ ਅੰਡਰ ਇਸ ਟਾਈਮ ਗ੍ਰੇਡਿੰਗ ਹੋ ਰਹੀ ਹੈ, ਦਰਜਾਬੰਦੀ ਹੋ ਰਹੀ ਹੈ, ਟੈਸਟਿੰਗ ਹੋ ਰਹੀ ਹੈ। ਸੋ ਇਹਦੀ ਜਿਹੜੀ ਸਕੀਮ ਦੀ ਆਪਾਂ ਕਹਿ ਦਿੰਦੇ ਹਾਂ ਕਿ ਜੇ ਅਸੀਂ ਬਾਜ਼ਾਰ 'ਚ ਜਾਂਦੇ ਹਾਂ ਤਾਂ ਸਾਨੂੰ ਇਹ ਸਕੀਮ, ਸਾਨੂੰ ਪ੍ਰੋਡਕਟ ਸਾਰੇ ਐਗ ਮਾਰਕ ਕਿਉਂ ਨਹੀਂ ਮਿਲਦੇ ਹਨਾ, ਤਾਂ ਕਿਉਂਕਿ ਇੰਨੀ ਇੰਪੋਰਟੈਂਟ ਜ਼ਰੂਰੀ ਸਕੀਮ ਹੈ ਤਾਂ ਇਹਦੇ ਐਗ ਮਾਰਕ ਹੋਣੀ ਚਾਹੀਦੀ ਹੈ। ਐਕਚੁਅਲੀ ਜਿਹੜੀ ਕਹਿ ਲਓ ਕਿ ਭਾਰਤ ਦੇ ਅੰਦਰ ਹੀ ਇਹਦੀ ਜੇ ਤੁਸੀਂ ਵਪਾਰ ਕਰਨਾ ਆਪਣੇ ਪ੍ਰੋਡਕਟ ਦਾ, ਤਾਂ ਉਹਦੇ ਲਈ ਇਹ ਸਵੈ ਇੱਛਤ ਸਕੀਮ ਹੈ। ਉਹਦੇ ਲਈ ਹਜੇ ਇਹਨੂੰ ਕੰਪਲਸਰੀ ਨਹੀਂ ਕੀਤਾ ਗਿਆ ਕਿ ਤੁਸੀਂ ਆਪਣੇ ਪ੍ਰੋਡਕਟ ਨੂੰ ਕਰਾਉਣਾ ਹੀ ਕਰਾਉਣਾ ਹੈ। ਬਟ ਜੇ ਤੁਸੀਂ ਐਕਸਪੋਰਟ ਕਰਨਾ ਆਪਣੇ ਕਿਸੇ ਵੀ ਐਗਰੀਕਲਚਰ ਪ੍ਰੋਡਕਟ ਨੂੰ, ਚਾਹੇ ਉਹ ਮਸਾਲੇ ਹੈ, ਚਾਹੇ ਉਹ ਬਾਸਮਤੀ ਚਾਵਲ ਹੈ, ਜਾਂ ਪੋਲਟਰੀ ਦੇ ਪ੍ਰੋਡਕਟ ਹੈ, ਡੇਅਰੀ ਦੇ ਪ੍ਰੋਡਕਟ ਹੈ, ਤਾਂ ਉਹਦੇ ਲਈ ਤੁਹਾਨੂੰ ਕੰਪਲਸਰੀ ਹੈ ਐਗ ਮਾਰਕ ਕਰਾਉਣਾ। ਬਟ ਜੇ ਵਿਦਿਨ ਕਹਿ ਲਓ ਕਿ ਇੰਡੀਆ, ਆਪਣੀ ਕੰਟਰੀ 'ਚ ਤੁਸੀਂ ਵਪਾਰ ਕਰਦੇ ਹੋ, ਤਾਂ ਉਹਦੇ ਲਈ ਇਹ ਸਵੈ ਇੱਛਤ ਸਕੀਮ ਹੈ। ਸੋ ਅੱਗੇ ਆ ਜਾਂਦਾ ਕਿ ਸਾਡਾ ਤਰੀਕੀ ਵਿਧੀ ਹੈਗੀ ਹੈ ਐਗ ਮਾਰਕ ਕਿਵੇਂ ਲੈ ਸਕਦੇ ਹਾਂ ਅਸੀਂ। ਐਕਚੁਅਲੀ ਜਿਹੜੀ ਐਗ ਮਾਰਕ ਦੀ ਸਕੀਮ ਹੈ, ਇਹ ਆਪਣੇ ਪੰਜਾਬ ਸਰਕਾਰ ਦੇ ਜੋ ਖੇਤੀਬਾੜੀ ਵਿਭਾਗ ਹੈ, ਉਹਦੇ ਵਿੱਚ ਇੱਕ ਮਾਰਕੀਟਿੰਗ ਸੈਕਸ਼ਨ ਹੁੰਦਾ, ਮੰਡੀਕਰਨ ਵਿਭਾਗ, ਖੇਤੀਬਾੜੀ ਵਿਭਾਗ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਇੱਕ ਮਾਰਕੀਟਿੰਗ ਦਾ ਇਹਦਾ ਆਪਣਾ ਐਗਰੀਕਲਚਰ ਡਿਪਾਰਟਮੈਂਟ ਦਾ ਆਫਿਸ ਹੁੰਦਾ, ਜਿਹਦੇ ਵਿੱਚ ਮੰਡੀਕਰਨ ਸੈਕਸ਼ਨ ਹੁੰਦਾ ਇੱਕ। ਸੋ ਉਹ ਇਸ ਸਕੀਮ ਨੂੰ ਲਾਗੂ ਕਰਾਉਂਦੇ ਆ। ਸੋ ਤੁਸੀਂ ਤੁਹਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਵੀ ਜ਼ਿਲ੍ਹੇ ਨੂੰ ਤੁਸੀਂ ਬਿਲੋਂਗ ਕਰਦੇ ਹੋ, ਉਸ ਜ਼ਿਲ੍ਹੇ ਦੇ ਵਿੱਚ ਖੇਤੀਬਾੜੀ ਵਿਭਾਗ ਦਾ ਜਿਹੜਾ ਦਫ਼ਤਰ ਹੋਊਗਾ, ਉੱਥੇ ਤੁਸੀਂ ਜਾਣਾ। ਉੱਥੋਂ ਦਾ ਕੋਈ ਵੀ ਮਾਰਕੀਟਿੰਗ ਸੈਕਸ਼ਨ ਦਾ ਅਧਿਕਾਰੀ, ਚਾਹੇ ਉਹ ADO ਹੈ ਜਾਂ ਅਸਿਸਟੈਂਟ ਮਾਰਕੀਟਿੰਗ ਆਫਿਸਰ ਹੈ, ਉਹਨੂੰ ਤੁਸੀਂ ਕੰਸਲਟ ਕਰਨਾ। ਉਹ ਤੁਹਾਨੂੰ ਇਹ ਸਾਰਾ ਜਿਹੜਾ ਐਗ ਮਾਰਕ ਸਰਟੀਫਿਕੇਸ਼ਨ ਦਾ ਜਿਹੜਾ ਇੱਕ CA ਹੁੰਦਾ, ਜਿਹਨੂੰ ਆਪਾਂ ਕਹਿੰਦੇ ਨੇ ਨਾ ਲਾਇਸੈਂਸ, ਇੱਕ ਤਰ੍ਹਾਂ ਦਾ ਡਰਾਈਵਿੰਗ ਲਾਇਸੈਂਸ ਹੁੰਦਾ, ਜਿਵੇਂ ਡਰਾਈਵਿੰਗ ਲਾਇਸੈਂਸ ਹੁੰਦਾ 5 ਸਾਲ ਦਾ, ਉਵੇਂ ਇਹਦਾ ਵੀ ਇੱਕ ਲਾਇਸੈਂਸ ਹੁੰਦਾ ਜਿਹੜਾ 5 ਸਾਲ ਲਈ ਵੈਲਿਡ ਹੁੰਦਾ, ਫਿਰ ਰਿਨਿਊ ਹੁੰਦਾ। ਤਾਂ ਉਹ ਤੁਹਾਨੂੰ ਲਾਇਸੈਂਸ ਲੈ ਕੇ ਦੇਣਗੇ ਆਪਣੇ ਭਾਰਤ ਸਰਕਾਰ ਤੋਂ। ਉਹਦੇ ਨਾਲ ਉਹਨਾਂ ਕੋਲੇ ਪਰਫਾਰਮੇ ਹੁੰਦੇ ਆ ਜੋ ਖੁਦ ਭਰਦੇ ਆ ਤੁਹਾਡੇ ਤੋਂ, ਉਹਨਾਂ ਦਾ ਤੁਹਾਡਾ ਨਾਮ ਜਾਂ ਉਹਦੇ ਸਾਈਨ ਵਗੈਰਾ ਕਰਾਉਣੇ ਹੁੰਦੇ, ਜਿਹਦੇ ਵਿੱਚ ਇੱਕ ਤਾਂ ਅਰਜੀ ਹੁੰਦੀ ਹੈ ਆਪਣਾ ਜਿਹੜੀ ਲਗਾਣੀ ਹੁੰਦੀ ਹੈ ਕਿ ਅਸੀਂ ਕਿਹੜਾ ਪ੍ਰੋਡਕਟ ਹੈ ਆਪਣਾ ਉਹ ਐਗ ਮਾਰਕ ਕਰਾਉਣਾ। ਉਸ ਦੇ ਨਾਲ ਇੱਕ ਰਿਪੋਰਟ ਲੱਗ ਜਾਂਦੀ ਹੈ ਡਿਪਾਰਟਮੈਂਟ ਵੱਲੋਂ ਹੀ ਕਿ ਤੁਸੀਂ
ਉਸ ਰਿਪੋਰਟ ਦੇ ਵਿੱਚ ਕੀ ਹੁੰਦਾ ਕਿ ਤੁਹਾਡਾ ਜਿੱਥੇ ਤੁਸੀਂ ਆਪਣੀ ਪ੍ਰੋਸੈਸਿੰਗ ਕਰ ਰਹੇ ਹੋ, ਪ੍ਰੋਡਕਟ ਤਿਆਰ ਕਰ ਰਹੇ ਹੋ, ਉੱਥੋਂ ਦੀ ਤੁਹਾਡੇ ਕੋਲ ਪ੍ਰੋਪਰ ਮਸ਼ੀਨਰੀ ਹੈਗੀ ਹੈ ਹਨਾ, ਤਾਂ ਉਹਦੀ ਜਿਹੜੀ ਉਹ ਜਗ੍ਹਾ ਸਾਫ਼ ਸੁਥਰੀ ਹੈ, ਉੱਥੇ ਕੋਈ ਸਿੱਲ ਸਲਾਬਾ ਸ਼ੋਰਾ ਜਾਂ ਕੋਈ ਪ੍ਰੋਪਰ ਲਾਈਟ ਹੈ, ਹਵਾਦਾਰ ਹੈ, ਕਿਉਂਕਿ ਜਿੱਥੇ ਖਾਣ ਪੀਣ ਵਾਲੀ ਚੀਜ਼ ਦੀ ਆਪਣੀ ਕਹਿ ਲਓ ਕਿ ਪ੍ਰੋਸੈਸਿੰਗ ਹੋਣੀ ਹੋਵੇ ਜਾਂ ਪੈਕਿੰਗ ਹੋਣੀ ਹੋਵੇ, ਉਹ ਚੀਜ਼ ਜਗ੍ਹਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਸੋ ਉਹ ਤੁਹਾਡੀ ਜਗ੍ਹਾ ਦੀ ਜਿਹੜੀ ਉਹ ਇੰਸਪੈਕਸ਼ਨ ਕਰਕੇ ਉਹਦੇ ਨਾਲ ਰਿਪੋਰਟ ਲਗਾਉਂਦੇ ਆ। ਫਿਰ ਉਸ ਤੋਂ ਬਿਨਾਂ ਪਾਰਟਨਰਸ਼ਿਪ ਹੁੰਦੀ ਹੈ ਕਿ ਵੀ ਤੁਸੀਂ ਇਹ ਕੰਮ ਇਕੱਲੇ ਕਰ ਰਹੇ ਹੋ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਤੁਹਾਡਾ ਪਾਰਟਨਰ ਹੈ ਹਨਾ, ਉਹਦੇ ਬਾਰੇ ਐਫੀਡੇਵਿਟ ਹੀ ਹੁੰਦਾ, ਹਲਫੀਆ ਬਿਆਨ, ਜਿਹਦੇ ਚੋਂ ਸਾਈਨ ਕਰਾ ਲੈਂਦੇ ਆ ਕਿ ਜੇਕਰ ਕੋਈ ਪਾਰਟਨਰ ਹੈ ਤਾਂ ਉਹਦਾ ਨਾਮ ਲਿਖਾ ਲੈਂਦੇ ਆ। ਜੇਕਰ ਹੈ ਤਾਂ ਪਾਵਰ ਆਫ ਅਟਰਨੀ ਕਿਹਦੇ ਕੋਲ ਹੈ ਹਨਾ, ਯਾਨੀ ਕਿ ਜ਼ਿੰਮੇਵਾਰ ਬੰਦਾ ਕੌਣ ਹੋਊਗਾ ਇਸ ਕੰਮ ਦੇ ਲਈ। ਤਾਂ ਉਹ ਤੁਹਾਡਾ ਕਿੱਥੇ ਤੁਹਾਡੀ ਉਹ ਜਗ੍ਹਾ ਬਣੀ ਹੈ, ਉਹਦਾ ਹੱਥ ਨਾਲ ਇੱਕ ਮੈਪ ਬਣਾ ਕੇ ਉਹਦੇ ਨਾਲ ਪਰਫਾਰਮਿਆਂ ਦੇ ਨਾਲ ਲਗਾਇਆ ਜਾਂਦਾ ਹੈ। ਕਿਉਂਕਿ ਜਦੋਂ ਕੁਆਲਿਟੀ ਕੰਟਰੋਲ ਦਾ ਕੰਮ ਹੈ ਹਨਾ, ਜਿਹਨੂੰ ਭਾਰਤ ਸਰਕਾਰ ਦੇਖ ਰਹੀ ਹੈ, ਤਾਂ ਉੱਥੇ ਉਸ ਜਗ੍ਹਾ ਜੇ ਇਹ ਜਗ੍ਹਾ ਕਿਹੜੀ ਜਗ੍ਹਾ ਤੇ ਹੋ ਰਿਹਾ, ਉਹਦਾ ਐਡਰੈਸ ਤੇ ਉਹਦਾ ਜਿਹੜੀ ਜਗ੍ਹਾ ਦਾ ਮੈਪ ਹੈ ਉਹ ਕਿਸ ਸੜਕ ਤੇ ਹੈ, ਉਹਦਾ ਉਹ ਡਿਪਾਰਟਮੈਂਟ ਵਾਲੇ ਵਿਭਾਗ ਵਾਲੇ ਉਹ ਆਪ ਹੀ ਆਪਣੇ ਹੱਥ ਨਾਲ ਬਣਾ ਕੇ ਉਹ ਲਗਾ ਦਿੰਦੇ ਆ। ਉਸ ਤੋਂ ਬਿਨਾਂ ਆ ਜਾਂਦੇ TBL ਯਾਨੀ ਕਿ ਟ੍ਰੇਡ ਬ੍ਰਾਂਡ ਲੇਬਲ। ਇੱਕ ਬਹੁਤ ਕਹਿ ਲਓ ਕਿ ਤੁਸੀਂ ਕੋਈ ਵੀ ਚੀਜ਼ ਦਾ ਵਪਾਰ ਕਰਨਾ ਹੈ ਤਾਂ ਬ੍ਰਾਂਡ ਲੇਬਲ ਹੈ ਜਿਹੜਾ, ਇਹ ਇੱਕ ਬਹੁਤ ਜ਼ਰੂਰੀ ਪੈਰਾਮੀਟਰ ਹੈ। ਇਹਦੇ ਚ ਕੀ ਹੁੰਦਾ ਕਿ ਮੰਨ ਲਓ ਹੁਣ ਆਪਾਂ ਲੇਜ਼ ਦਾ ਪੈਕੇਟ ਹੈ ਹਨਾ, ਉਹ ਲੇਜ਼ ਵਾਲਾ ਉਹਦਾ ਜਿਹੜਾ ਬ੍ਰਾਂਡ ਹੈ MDH ਹੈ, ਉਹਦਾ ਇੱਕ ਬ੍ਰਾਂਡ ਨੇਮ ਹੈ, ਉਹਦੀ ਲੇਬਲਿੰਗ ਹੈ, ਜਿਹਦੇ ਤੋਂ ਸਾਨੂੰ ਉਹਦੀ ਪਹਿਚਾਣ ਹੁੰਦੀ ਹੈ। ਜੇਕਰ ਤੁਸੀਂ ਉੱਪਰ ਕੋਈ ਵੀ ਆਪਣਾ ਬ੍ਰਾਂਡ ਨੇਮ ਲਗਾਉਂਦੇ ਹੋ, ਉਹਦੇ ਨਾਲ ਇੱਕ ਤਾਂ ਤੁਹਾਡੇ ਆਪਣੇ ਪ੍ਰੋਡਕਟ ਦੀ ਤੁਹਾਡੀ ਆਪਣੀ ਅਲੱਗ ਪਹਿਚਾਣ ਹੁੰਦੀ ਹੈ ਦੂਜਿਆਂ ਨਾਲੋਂ ਹਨਾ, ਤੇ ਉਸ ਤੋਂ ਬਿਨਾਂ ਉਹਦੇ ਉੱਪਰ ਪੂਰੀ ਜਾਣਕਾਰੀ ਹੁੰਦੀ ਹੈ ਕਿ ਕਦੋਂ ਪੈਕ ਹੋਇਆ, ਕਦੋਂ ਕਿਹਨੇ ਪੈਕ ਕੀਤਾ, ਉਹਦੇ ਉੱਪਰ ਜਿੰਨੀ ਜਾਣਕਾਰੀ ਦੀ ਜ਼ਰੂਰਤ ਹੈ। ਸੋ ਇੱਕ TBL ਦਾ ਸਪੈਸੀਮਨ ਦੇਣਾ ਹੁੰਦਾ ਕਿ ਤੁਸੀਂ ਉਹਦੇ ਉੱਪਰ ਕਿਹੜਾ ਨਾਮ ਆਪਣਾ ਜਿਹੜਾ ਹੈਗਾ ਪ੍ਰੋਡਕਟ ਦੇ ਉੱਪਰ ਲਗਾਉਣਾ ਹੈ। ਤਾਂ ਉਹ ਕਿਉਂਕਿ ਉਹ ਤੁਹਾਡੇ ਜਦੋਂ ਐਗ ਮਾਰਕ ਕਰਾਇਆ ਹੋਊਗਾ ਤਾਂ ਤੁਹਾਡਾ ਜਿਹੜਾ TBL ਹੈ ਉਹ ਇੱਕ ਪਹਿਚਾਣ ਬਣ ਜਾਂਦੀ ਹੈ ਸਾਰਿਆਂ ਦੀ ਮਾਈਂਡ ਦੇ ਵਿੱਚ ਕਿ ਹਾਂ ਇਹ ਜਿਹੜਾ ਬ੍ਰਾਂਡ ਨੇਮ ਹੈ ਉਹ ਐਗ ਮਾਰਕ ਕਰਾਇਆ ਹੋਇਆ। ਨਾਲ ਹੀ ਇੱਕ ਸਰਟੀਫਿਕੇਟ ਲੱਗਦਾ ਕਿ ਜਿਹੜੇ ਵੀ ਉੱਥੇ ਦੋ ਬੰਦੇ ਪੈਕਿੰਗ ਕਰ ਰਹੇ ਆ ਜਾਂ ਪ੍ਰੋਸੈਸਿੰਗ ਦਾ ਕੰਮ ਕਰ ਰਹੇ ਆ, ਉਹ ਚਾਹੇ ਉਹ ਓਨਰ ਹੈ ਜਾਂ ਕੋਈ ਵਰਕਰ ਹੈ, ਉਹਨਾਂ ਦਾ ਮੈਡੀਕਲ ਸਰਟੀਫਿਕੇਟ ਕਿ ਵੀ ਉਹਨਾਂ ਨੂੰ ਕੋਈ ਵੀ ਇਸ ਤਰ੍ਹਾਂ ਦੀ ਛੂਤ ਛਾਤ ਵਾਲੀ ਬਿਮਾਰੀ ਨਾ ਹੋਵੇ ਜਿਹੜੇ ਇਹ ਪੈਕਿੰਗ ਕਰ ਰਹੇ ਆ ਜਾਂ ਪ੍ਰੋਸੈਸਿੰਗ ਦਾ ਕੰਮ ਕਰ ਰਹੇ। ਸੋ ਇਹਦਾ ਪੈਕਿੰਗ ਮਟੀਰੀਅਲ ਹੈ ਉਹ ਕਿਹੜਾ ਪੈਕਿੰਗ ਮਟੀਰੀਅਲ ਤੁਸੀਂ ਯੂਜ਼ ਕਰ ਰਹੇ ਹੋ, ਉਹ ਜੂਟ ਦਾ ਜਾਂ ਪੋਲੀਪਾਊਚ ਕੋਈ ਵੀ ਹੋਵੇ, ਪਰ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਫੂਡ ਗ੍ਰੇਡਡ ਮਟੀਰੀਅਲ ਹੋਣਾ ਚਾਹੀਦਾ ਹੈ, ਤਾਂ ਜੋ ਕਿ ਉਹ ਤੁਹਾਡੇ ਪ੍ਰੋਡਕਟ ਲਈ ਟੌਕਸਿਕ ਨਾ ਹੋਵੇ। ਕਈ ਵਾਰੀ ਕੀ ਹੁੰਦਾ ਕਿ ਹੁਣ ਜਿਵੇਂ ਪਿੱਛੇ ਜੇ ਪੋਲੀਥੀਨ ਜਿਹੜੇ ਕੀਤੇ ਸੀ, ਬੈਨ ਕੀਤੇ ਸੀ, ਉਹ ਇਸੇ ਲਈ ਕੀਤੇ ਸੀ ਕਿ ਜਿਨ੍ਹਾਂ ਦੀ ਬਹੁਤ ਥਿਨ ਹੁੰਦੇ ਆ, ਜੇ ਉਹਦੇ ਚ ਅਸੀਂ ਕੋਈ ਵੀ ਖਾਣ ਪੀਣ ਵਾਲੀ ਚੀਜ਼ ਨੂੰ ਪੈਕ ਕਰਦੇ ਆ ਤਾਂ ਉਹ ਉਹਦੇ ਚ ਕੋਈ ਉਹਨਾਂ ਚ ਆਪਣੇ ਆਪ ਜੀ ਇਹੋ ਜਿਹੇ ਟੌਕਸਿਨ ਜਾਂ ਕੈਮੀਕਲ ਰਿਲੀਜ਼ ਹੁੰਦੇ ਆ ਕਿ ਜਿਹੜੇ ਉਹ ਜਿਹੜੇ ਆਪਣੀ ਖਾਣ ਪੀਣ ਵਾਲੀ ਚੀਜ਼ ਨੂੰ ਪ੍ਰਭਾਵਿਤ ਕਰ ਦਿੰਦੇ ਆ, ਉਹਨੂੰ ਜ਼ਹਿਰ ਬਣਾ ਦਿੰਦੇ ਆ ਹਨਾ। ਤਾਂ ਉਨੀ ਕੁ ਉਸ ਉਦਾਂ ਦਾ ਮਟੀਰੀਅਲ ਹੋਣਾ ਚਾਹੀਦਾ, ਚਾਹੇ ਉਹ ਕੱਪੜੇ ਦਾ ਹੋਵੇ, ਚਾਹੇ ਉਹ ਪੋਲੀਥੀਨ ਦਾ ਹੋਵੇ, ਚਾਹੇ ਉਹ ਗਲਾਸ ਦਾ ਹੋਵੇ, ਜਿਵੇਂ ਗਲਾਸ ਦੀ ਬੋਟਲ ਵੀ ਆਪਾਂ ਲੈ ਲੈਂਦੇ ਹਾਂ ਜਾਂ ਪਲਾਸਟਿਕ ਦੀ ਬੋਟਲ ਵੀ ਲੈ ਲੈਂਦੇ ਹਾਂ ਸਰੋਂ ਦੇ ਤੇਲ ਲਈ ਜਾਂ ਸ਼ਹਿਦ ਲਈ, ਪਰ ਉਹਦੇ ਜਿਹੜਾ ਮਟੀਰੀਅਲ ਹੈ ਉਹ ਫੂਡ ਗ੍ਰੇਡਡ ਹੋਣਾ ਚਾਹੀਦਾ, ਯਾਨੀ ਕਿ ਉਹਦੇ ਚ ਫੂਡ ਸੇਫ ਹੋਣਾ ਚਾਹੀਦਾ, ਉਹ ਫੂਡ ਨੂੰ ਹੀ ਜ਼ਹਿਰ ਨਾ ਬਣਾ ਦੇ ਹਨਾ। ਉਹਦੇ ਚ ਇਹੋ ਜਿਹੇ ਕੈਮੀਕਲ ਜਾਂ ਉਹਦੇ ਉੱਪਰ ਜੇ ਆਪਾਂ ਕੋਈ ਚੀਜ਼ ਇੰਕ ਨਾਲ ਉਹਦੇ ਉੱਪਰ ਆਪਾਂ ਬਾਅਦ ਚ ਪ੍ਰਿੰਟਿੰਗ ਵੀ ਕਰਨੀ ਹੁੰਦੀ ਹੈ ਜਾਂ ਲੇਬਲ ਵੀ ਲਗਾਉਣੇ ਹੁੰਦੇ ਆ, ਤੇ ਇਹ ਨਹੀਂ ਹੈ ਕਿ ਵੀ ਉਹਦੀ ਇੰਕ ਹੀ ਜਿਹੜੀ ਉਹ ਪੈਕਿੰਗ ਮਟੀਰੀਅਲ ਦੇ ਵਿੱਚੋਂ ਲੀਕ ਹੋ ਕੇ ਜਾਂ ਇਦਾਂ ਦਾ ਪੈਕਿੰਗ ਮਟੀਰੀਅਲ ਹੋਵੇ ਕਿ ਉਹਦੇ ਚ ਲੀਕ ਹੋ ਕੇ ਉਹ ਫੂਡ ਪ੍ਰੋਡਕਟ ਜਿਹੜਾ ਤੁਹਾਡਾ ਫੂਡ ਵਿੱਚ ਪੈਕ ਕੀਤਾ ਹੋਇਆ ਉਹਨੂੰ ਉਹ ਖਰਾਬ ਕਰਦੇ ਹਨਾ। ਇਸ ਲਈ ਪੈਕਿੰਗ ਮਟੀਰੀਅਲ ਦਾ ਸਪੈਸੀਮਨ ਉਹਨਾਂ ਤੋਂ ਲਿਆ ਜਾਂਦਾ ਹੈ। ਬਾਕੀ ਇਸ ਤੋਂ ਬਿਨਾਂ ਇੱਕ ਸਿਰਫ ਇਹੀ ਹੁੰਦਾ ਕਿ ਤੁਸੀਂ ਤੁਹਾਡੇ ਕੋਲ ਪ੍ਰੋਪਰ ਮਸ਼ੀਨਰੀ ਪੈਕਿੰਗ ਦੀ ਜਾਂ ਪ੍ਰੋਸੈਸਿੰਗ ਦੀ ਜਾਂ ਗ੍ਰਾਈਂਡਰ ਦੀ ਹੈਗੀ, ਇਹ ਦੇਖਿਆ ਜਾਂਦਾ। ਤੇ ਆਪਣਾ ਬਾਕੀ ਆਪਣੇ ਪੰਜਾਬ ਦੇ ਵਿੱਚ ਜਿਵੇਂ 3 ਲੈਬੋਰਟਰੀਆਂ, ਮੋਗਾ ਹੈ ਤੇ ਇੱਕ ਲੁਧਿਆਣਾ, ਇੱਕ ਅੰਮ੍ਰਿਤਸਰ, ਫਿਰ ਉੱਥੋਂ ਸੈਂਪਲ ਜਿਹੜਾ ਹੁੰਦਾ ਉਹ ਲੈਬੋਰਟਰੀ ਦਾ, ਇਹ ਸਾਰਾ ਡਿਪਾਰਟਮੈਂਟ ਦਾ ਕੰਮ ਹੈ ਜਿਹੜਾ ਉਹਨਾਂ ਨੇ ਸੈਂਪਲ ਵਗੈਰਾ ਭੇਜਣੇ। ਤੁਹਾਡੇ ਤੋਂ ਸਿਰਫ ਇਹ ਡਾਕੂਮੈਂਟ ਤੇ ਸਾਈਨ ਵਗੈਰਾ ਕਰਾ ਕੇ ਇਹ ਭਾਰਤ ਸਰਕਾਰ ਨੂੰ ਭੇਜ ਦਿੱਤੇ ਜਾਂਦੇ ਆ, ਔਰ ਇਹਦੇ ਨਾਲ ਇੱਕ ਜਿਹੜਾ ਫੀਸ ਹੁੰਦੀ ਆ ਉਹ 5 ਸਾਲ ਦੇ ਲਈ 10,000 ਦੀ ਫੀਸ ਹੈ CA ਲੈਣ ਵਾਸਤੇ ਹਨਾ। ਤਾਂ ਉਹ ਸਾਰੇ ਡਾਕੂਮੈਂਟ ਜਿਹੜੇ ਆ ਗਵਰਨਮੈਂਟ ਆਫ ਇੰਡੀਆ ਨੂੰ ਭੇਜ ਦਿੱਤੇ ਜਾਂਦੇ ਆ, ਤੇ ਉੱਥੋਂ ਫਿਰ 15-20 ਦਿਨਾਂ ਦੇ ਵਿੱਚ ਜਾਂ ਕਹਿ ਲਓ 20-25 ਦਿਨਾਂ ਦੇ ਵਿੱਚ ਮੈਕਸੀਮਮ ਇੱਕ ਤੁਹਾਨੂੰ CA ਦੀ ਕਾਪੀ ਮਿਲ ਜਾਂਦੀ ਹੈ, ਜਿਹਦੇ ਤੇ CA ਨੰਬਰ ਲਿਖਿਆ ਹੁੰਦਾ, ਯਾਨੀ ਕਿ ਅਧਿਕਾਰ ਪੱਤਰ ਤੁਹਾਡਾ, ਵੀ ਤੁਸੀਂ ਇਸ ਅਧਿਕਾਰ ਪੱਤਰ ਦੇ ਵਿੱਚ ਕੋਈ ਵੀ ਆਪਣਾ ਜਿਹੜਾ ਪ੍ਰੋਡਕਟ ਹੈ ਉਹ ਟੈਸਟ ਕਰਾ ਸਕਦੇ ਹੋ। ਠੀਕ ਹੈ, ਉਹ ਜਿਹੜਾ CA ਨੰਬਰ ਤੁਹਾਨੂੰ ਮਿਲੂਗਾ ਉਹ ਤੁਹਾਡੇ ਹਰ ਪੈਕ ਦੇ ਉੱਪਰ, ਚਾਹੇ ਉਹ 250 ਗ੍ਰਾਮ ਦੀ ਪੈਕਿੰਗ ਹੈ, ਚਾਹੇ ਕਿਲੋ ਦੀ ਹੈ, ਚਾਹੇ 20 ਕੁਇੰਟਲ ਦੀ ਹੈ, ਉਹਦੇ ਉੱਪਰ ਉਹ CA ਨੰਬਰ ਦੀ ਜਿਹੜੀ ਉਹ ਦੀ ਮਾਰਕਿੰਗ ਹੋਊਗੀ। ਸੋ ਜਦੋਂ CA ਮਿਲ ਜਾਂਦਾ ਤਾਂ ਉਸ ਤੋਂ ਬਾਅਦ ਕੋਈ ਵੀ ਫਾਰਮਰ ਦਾ ਜਿਹੜਾ ਵੀ ਲੋਟ ਤਿਆਰ ਹੁੰਦਾ ਹੈ, ਹਲਦੀ ਦਾ, ਵੇਸਣ ਦਾ, ਆਟੇ ਦਾ ਜਾਂ ਸ਼ਹਿਦ ਦਾ, ਕੋਈ ਵੀ ਜੋ ਪ੍ਰੋਡਕਟ ਉਹਨੇ ਕਰਾਉਣਾ ਹੈ, ਜਦੋਂ ਉਹਦਾ ਕੋਈ ਲੋਟ ਤਿਆਰ ਹੁੰਦਾ ਤਾਂ ਉਹਦੇ ਵਿੱਚੋਂ ਉਹ ਜਿਹੜੇ ਵਿਭਾਗ ਵਾਲੇ ਆਪਣੇ ਮਾਰਕੀਟਿੰਗ ਸੈਕਸ਼ਨ ਵਾਲਾ ਉਸ ਚੋਂ ਜਾ ਕੇ ਸੈਂਪਲ ਲੈ ਕੇ ਆਉਂਦੇ ਆ। ਸੈਂਪਲ ਨੂੰ ਫਿਰ ਉਹ ਲੈਬੋਰਟਰੀ ਦੇ ਵਿੱਚ ਭੇਜਦੇ ਆ, ਜਿਹੜੀਆਂ 3 ਲੈਬੋਰਟਰੀਆਂ ਮੈਂ ਤੁਹਾਨੂੰ ਦੱਸੀਆਂ, ਉੱਥੇ ਪੂਰੀ ਉਹਦੀ ਟੈਸਟਿੰਗ ਹੁੰਦੀ ਹੈ। ਟੈਸਟਿੰਗ ਹੋਣ ਤੋਂ ਬਾਅਦ ਉਹ ਕਿਹੜੇ ਗ੍ਰੇਡ ਚ ਆਉਂਦਾ ਹੈ ਨਾ, ਗ੍ਰੇਡਿੰਗ ਕੀਤੀ ਜਾਂਦੀ ਹੈ ਕਿ ਇਹਦਾ ਸਪੈਸ਼ਲ ਗ੍ਰੇਡ ਚ ਆਉਂਦਾ ਹੈ, ਸਟੈਂਡਰਡ ਗ੍ਰੇਡ ਚ ਆਉਂਦਾ ਹੈ,
ਫਿਰ ਉਹਦੀ ਆਪਣੀ ਸੁਪਰਵਿਜ਼ਨ ਦੇ ਵਿੱਚ ਉੱਥੇ ਜਾ ਕੇ ਉਹਦੀ ਪੈਕਿੰਗ ਕਰਾਈ ਜਾਂਦੀ ਆ। ਉਸ ਲੋਟ ਦੇ ਵਿੱਚੋਂ ਕੱਢ ਕੇ ਜਿਹੜਾ ਉਹਦਾ ਪ੍ਰੋਡਕਟ ਹੈ ਉਹਨੂੰ ਅਲੱਗ-ਅਲੱਗ ਪੈਕਿੰਗ ਦੇ ਵਿੱਚ ਉਹਦੀ ਆਪਣੀ ਸੁਪਰਵਿਜ਼ਨ 'ਚ ਪੈਕਿੰਗ ਕੀਤੀ ਜਾਂਦੀ ਹੈ, ਕਿਉਂਕਿ ਇਹ ਨਹੀਂ ਹੈ ਕਿ ਵੀ ਸੈਂਪਲ ਦੇਤਾ ਤਾਂ ਉਸ ਤੋਂ ਬਾਅਦ ਉਹੀ ਵਾਲਾ ਮਟੀਰੀਅਲ ਜਿਹਦੇ ਚੋਂ ਸੈਂਪਲ ਲਿਆ ਹੈ ਉਸੇ ਨੂੰ ਹੀ ਪੈਕ ਕਰਾਇਆ ਜਾਂਦਾ ਹੈ। ਇਹ ਨਹੀਂ ਹੈ ਕਿ ਸੈਂਪਲ ਕਿਸੇ ਹੋਰ ਚੋਂ ਦੇਤਾ ਹੈ ਨਾ, ਜਾਂ ਕਿਸੇ ਹੋਰ ਚੋਂ, ਕਿਉਂਕਿ ਸੈਂਪਲ ਲੈਣ ਤੋਂ ਬਾਅਦ ਉਸ ਲੋਟ ਨੂੰ ਸੀਲ ਕਰ ਦਿੱਤਾ ਜਾਂਦਾ ਹੈ। ਫਿਰ 1-2 ਦਿਨਾਂ ਦੇ ਵਿੱਚ ਜਦੋਂ ਵੀ ਉਹਦਾ ਰਿਜ਼ਲਟ ਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਆਪ ਸੀਲ ਖੋਲ ਕੇ ਡਿਪਾਰਟਮੈਂਟ ਵਾਲੇ ਉਹ ਆਪਣੀ ਸੁਪਰਵਿਜ਼ਨ ਦੇ ਵਿੱਚ ਪੈਕਿੰਗ ਕਰਾਉਂਦੇ ਆ ਤੇ ਉਹਦੇ ਉੱਪਰ ਮਾਰਕਿੰਗ ਕਰਾਉਂਦੇ ਆ ਐਗ ਮਾਰਕ ਦੀ, ਜਿਹਦੇ ਵਿੱਚ ਸਾਰਾ ਕੁਝ ਲਿਖਿਆ ਹੁੰਦਾ। ਜਿਵੇਂ ਮਾਰਕਿੰਗ ਦੇ ਵਿੱਚ ਕੀ ਆਉਂਦਾ, ਤੁਹਾਡਾ ਜਿਹੜਾ TBL ਲੱਗਿਆ ਹੋਇਆ, ਜਿਹੜਾ ਤੁਸੀਂ TBL ਲਗਵਾਉਣਾ ਹੈ ਉਹਦੇ ਉੱਪਰ, ਉਸ TBL ਦੇ ਉੱਪਰ ਇੱਕ ਲੋਟ ਨੰਬਰ ਹੁੰਦਾ ਜਿਹੜਾ ਕਿ ਲੈਬ ਵੱਲੋਂ ਇਸ਼ੂ ਕੀਤਾ ਜਾਂਦਾ ਹੈ ਨਾ। ਸਰਟੀਫਿਕੇਸ਼ਨ ਮਾਰਕ ਹੈ ਜਿਹੜਾ, ਉਹ ਐਗ ਮਾਰਕ ਦਾ ਜਿਹੜਾ ਮੈਂ ਤੁਹਾਨੂੰ ਲੋਗੋ ਸਟਾਰਟਿੰਗ 'ਚ ਦਿਖਾਇਆ ਸੀਗਾ, ਉਹ ਸਰਟੀਫਿਕੇਸ਼ਨ ਮਾਰਕ ਹੁੰਦਾ ਹੈ। ਫਿਰ ਉਹਦੇ ਉੱਪਰ ਡੇਟ ਆਫ ਪੈਕਿੰਗ, ਕਦੋਂ ਪੈਕ ਹੋਇਆ, ਡੇਟ ਆਫ ਐਕਸਪਾਇਰੀ, ਜਿਵੇਂ ਸ਼ਹਿਦ ਦੇ ਵਿੱਚ ਕੀ ਹੁੰਦਾ 18 ਮਹੀਨੇ ਦੀ ਡੇਟ ਆਫ ਐਕਸਪਾਇਰੀ ਹੁੰਦੀ ਹੈ ਨਾ, ਮਸਾਲਿਆਂ 'ਚ 6 ਮਹੀਨੇ ਦੀ ਹੁੰਦੀ ਹੈ, ਆਟੇ ਵਿੱਚ 3 ਮਹੀਨੇ ਦੀ ਦੇ ਦਿੰਦੇ ਆ, ਵੇਸਣ 'ਚ ਵੀ 3 ਮਹੀਨੇ ਦੀ। ਇਹ ਡਿਪੈਂਡ ਕਰਦਾ ਹੈ ਜਿਹੜਾ ਪ੍ਰੋਡਕਟ ਤਿਆਰ ਕਰ ਰਿਹਾ ਨਾ ਉਹਨੂੰ ਪਤਾ ਹੁੰਦਾ ਕਿ ਮੇਰਾ ਪ੍ਰੋਡਕਟ ਹੈ ਜਿਹੜਾ ਉਹਦੀ ਕੁਆਲਿਟੀ ਕਿੰਨੀ ਦੇਰ ਤੱਕ ਸਹੀ ਰਹਿ ਸਕਦੀ ਹੈ। ਜੇ ਉਹਨੂੰ ਲੱਗਦਾ ਕਿ 2 ਮਹੀਨਿਆਂ ਤੱਕ ਸਹੀ ਰਹਿ ਸਕਦੀ ਹੈ ਤਾਂ 2 ਮਹੀਨੇ ਦੀ ਐਕਸਪਾਇਰੀ ਦੇ ਦਿੰਦਾ ਹੈ ਨਾ। ਤਾਂ ਸ਼ਹਿਦ ਦੇ ਵਿੱਚ 18 ਮਹੀਨੇ ਦੀ ਹੁੰਦੀ ਹੈ। ਫਿਰ ਉਹ ਪ੍ਰੋਡਕਟ ਦਾ weight ਕਿੰਨਾ ਹੈ, 500 ਗ੍ਰਾਮ ਹੈ ਜਾਂ 400 ਗ੍ਰਾਮ ਹੈ ਜਾਂ 250 ਗ੍ਰਾਮ ਹੈ, ਉਹਦੇ ਤੇ weight ਲਿਖਣਾ ਜ਼ਰੂਰੀ ਹੁੰਦਾ ਹੈ। ਕਿਹੜੇ ਗ੍ਰੇਡ 'ਚ, ਗ੍ਰੇਡ ਹੈ ਜਿਹੜਾ ਇਹ ਵੀ ਲੈਬੋਰਟਰੀ ਵਾਲੇ ਦੱਸਦੇ ਆ। ਤਾਂ ਉਸ ਪੈਕਰ ਦਾ, ਉਹ ਜਿਵੇਂ ਫਾਰਮਰ ਦਾ, ਉਹਦਾ ਨਾਮ ਤੇ ਐਡਰੈਸ ਲਿਖਣਾ ਹੁੰਦਾ ਤੇ ਉਹਦੇ ਇੱਕ ਜ਼ਰੂਰੀ ਕੁਝ ਚੀਜ਼ਾਂ ਹੁੰਦੀਆਂ ਕਿ ਵੀ ਇਹਦੇ 'ਚ ਕੋਈ ਨॉन ਵੈਜ ਵਾਲੀ ਚੀਜ਼ ਮਿਕਸ ਤਾਂ ਨਹੀਂ ਹੈ, ਵੈਜੀਟੇਰੀਅਨ ਹੈ ਜਾਂ ਨॉन ਵੈਜੀਟੇਰੀਅਨ। ਉਹਦੇ ਰੈੱਡ ਜਾਂ ਗ੍ਰੀਨ ਕਲਰ ਦਾ ਇੱਕ ਮਾਰਕ ਹੁੰਦਾ, ਉਹ ਮੈਂ ਤੁਹਾਨੂੰ ਹੁਣ ਦਿਖਾਉਣੀ ਹੈ ਬੋਟਲ ਦੇ ਉੱਪਰ। ਹੁਣ ਆ ਦੇਖੋਗੇ ਜਿਵੇਂ ਤੁਸੀਂ, ਇਹ ਮੈਂ ਪੈਕ ਹੈ ਜਿਹੜਾ ਐਗ ਮਾਰਕ ਦੀ ਪੈਕਿੰਗ ਹੋਣ ਤੋਂ ਬਾਅਦ ਹੋਇਆ। ਹੁਣ ਤੁਸੀਂ ਦੇਖੋਗੇ ਕਿ ਫਸਟ ਵਾਲੀ ਜਿਹੜੀ ਪਿਕਚਰ ਹੈ ਉਹਦੇ ਵਿੱਚ ਢੱਕਣ ਦੇ ਉੱਪਰ ਸੀਲ ਲੱਗੀ ਹੋਈ ਹੈ। ਜਦੋਂ ਆਪਣੇ ਡਿਪਾਰਟਮੈਂਟ ਵਾਲੇ ਜਾ ਕੇ ਪੈਕਿੰਗ ਕਰਾਉਂਦੇ ਆ ਉਹਦੀ, ਉਸ ਤੋਂ ਬਾਅਦ ਉਹਦੇ ਢੱਕਣ ਦੇ ਉੱਪਰ ਇਹ ਵਾਲੀ ਸੀਲ ਲੱਗਦੀ ਹੈ, ਜਿਹੜੀ ਕਿ ਭਾਰਤ ਸਰਕਾਰ ਵੱਲੋਂ ਇਹ ਸਾਰੇ ਲੇਬਲ ਇਸ਼ੂ ਹੁੰਦੇ ਆ। ਜਦੋਂ CA ਮਿਲਦਾ ਨਾ ਤਾਂ ਇਹ ਡਿਪਾਰਟਮੈਂਟ ਨੂੰ ਉਹ CA ਨੰਬਰ, ਇਹ ਲੇਬਲ ਨੰਬਰ, ਲੇਬਲ ਦੇ ਦਿੰਦੇ ਆ। ਇਸ ਲੇਬਲ ਦੇ ਨਾਲ ਉਹਨੂੰ ਪੂਰਾ ਸੀਲ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਪੂਰਾ ਬੋਟਲ ਨੂੰ ਉਤੋਂ ਲੇਬਲ ਨੰਬਰ ਨਾਲ ਸੀਲ ਕੀਤਾ ਹੋਇਆ। ਢੱਕਣ ਦੇ ਉੱਪਰ CA ਨੰਬਰ ਵੀ ਲਿਖਿਆ ਹੋਇਆ, ਉਹ ਲਿਖਿਆ ਹੋਇਆ ਹਨਾ। ਸੈਕੰਡ ਬੋਟਲ ਵਿੱਚ ਤੁਸੀਂ ਦੇਖੋਗੇ ਇੱਕ ਨੰਬਰ ਲਿਖਿਆ ਹੋਇਆ। ਇਹ ਨੰਬਰ, ਇਹ ਭਾਰਤ ਸਰਕਾਰ ਵੱਲੋਂ ਨੰਬਰ ਮਿਲਦੇ ਆ ਸਾਨੂੰ, ਜਿਹੜਾ ਕਿ ਹਰ ਬੋਟਲ ਦੇ ਉੱਪਰ ਅਲੱਗ-ਅਲੱਗ ਨੰਬਰ ਹੁੰਦਾ ਹੈ ਹਨਾ, ਜਿਹਦਾ ਪੂਰਾ ਰਿਕਾਰਡ ਹੁੰਦਾ ਹੈ ਕਿ ਵੀ ਇੰਨੇ ਨੰਬਰ ਤੋਂ ਲੈ ਕੇ ਇੰਨੇ ਨੰਬਰ ਤੱਕ ਜਿਹੜਾ ਹੈਗਾ ਇਹਨਾਂ ਦੇ ਲੋਟ ਦੇ ਉੱਪਰ ਲੱਗ ਚੁੱਕੇ ਹੈ। ਉਹ ਲੇਬਲ ਸਾਨੂੰ ਇੱਕ ਪਾਰਟਿਕੂਲਰ ਉਸ ਫਾਰਮਰ ਦੇ ਵਾਸਤੇ ਇਸ਼ੂ ਹੁੰਦੇ ਆ। ਤਾਂ ਹੁਣ ਥਰਡ ਵਾਲੀ 'ਚ ਤੁਸੀਂ ਦੇਖੋਗੇ ਕਿ ਸਰਟੀਫਿਕੇਸ਼ਨ ਮਾਰਕ, ਲੋਗੋ ਲੱਗਿਆ ਹੋਇਆ ਹੈ ਹਨਾ, ਐਗ ਮਾਰਕ ਦਾ ਲੋਗੋ ਲੱਗਿਆ ਹੋਇਆ ਹੈ। ਤਾਂ ਫੋਰਥ ਵਾਲੀ ਵਿੱਚ ਦੇਖੋਗੇ ਕਿ ਨੀਚੇ ਤੁਸੀਂ ਸਾਰਾ ਉਹ ਰੈੱਡ ਗ੍ਰੀਨ ਵਾਲਾ ਮਾਰਕ ਲੱਗਿਆ ਹੋਇਆ ਤੇ ਮਤਲਬ ਯਾਨੀ ਕਿ ਵੈਜੀਟੇਰੀਅਨ ਹੈ। ਤਾਂ ਇਸ ਤਰ੍ਹਾਂ ਇਹਦੇ ਉੱਪਰ ਸਾਰਾ ਕੁਝ ਆ ਜਾਂਦਾ। ਡੇਟ ਆਫ ਪੈਕ ਨੀਚੇ ਦੇਖੋਗੇ ਤੁਸੀਂ, weight ਲਿਖਿਆ ਹੋਇਆ, ਉਹਦਾ ਲੋਟ ਨੰਬਰ ਲਿਖਿਆ ਹੋਇਆ, ਰੇਟ ਲਿਖਿਆ ਹੋਇਆ ਹੈ ਨਾ, ਡੇਟ ਆਫ ਪੈਕਿੰਗ ਵੀ ਲਿਖਿਆ ਹੋਇਆ, ਨੈਟ weight ਸਾਈਡ ਤੇ 1 kg ਲਿਖਿਆ ਹੋਇਆ। ਸੋ ਇਹ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਜਿਹੜੀ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਇਹ ਲੋਟ ਹੈ ਜਿਹੜਾ, ਮਤਲਬ ਪੈਕਿੰਗ ਹੋਣ ਤੋਂ ਬਾਅਦ ਇਹ ਸਾਰੀ ਇਨਫੋਰਮੇਸ਼ਨ ਉਹਦੇ ਉੱਪਰ ਲਗਾਈ ਜਾਂਦੀ ਹੈ। ਜਦੋਂ TBL ਬਣਾਏ ਜਾਂਦੇ ਆ ਨਾ ਤਾਂ ਉਹ TBL ਦੇ ਉੱਪਰ ਹੀ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਲਿਖ ਦਿੱਤੀ ਜਾਂਦੀ ਹੈ, ਤਾਂ ਉਹਦੀ ਪੈਕਿੰਗ ਕਰ ਦਿੱਤੀ ਜਾਂਦੀ ਹੈ। ਸੋ ਤੁਸੀਂ ਦੇਖੋਗੇ ਕਿ ਹੁਣ ਐਗ ਮਾਰਕ ਦੀ ਪੈਕਿੰਗ ਹੋਣ ਤੋਂ ਬਾਅਦ, ਮਾਰਕਿੰਗ ਹੋਣ ਤੋਂ ਬਾਅਦ ਇਹ ਬੋਟਲ ਜਿਹੜੀ ਆ ਉਹ ਇਸ ਤਰ੍ਹਾਂ ਰੈਡੀ ਹੋ ਜਾਂਦੀ ਹੈ, ਜਿਹੜੀ ਕਿ ਇੱਕ ਖੁੱਲੀ ਬੋਟਲ, ਮਤਲਬ ਲੂਜ਼ ਸ਼ਹਿਦ ਤੁਸੀਂ ਬਾਲਟੀ 'ਚ ਜਾਂ ਕਿਸੇ ਚੀਜ਼ 'ਚ ਪਾ ਕੇ ਕਿਸੇ ਵਪਾਰੀ ਨੂੰ ਜਾਂ ਕਿਸੇ ਨੂੰ ਵੀ ਸੇਲ ਕਰਦੇ ਹੋ 60, 70 ਜਾਂ 80 ਰੁਪਏ ਕਿਲੋ ਦੇ ਵਿੱਚ। ਹੁਣ ਇਹ ਬੋਟਲ ਦੀ ਜਿਹੜੀ ਕੀਮਤ ਹੈ ਉਹ 400 ਰੁਪਏ ਕਿਲੋ ਹੋ ਗਈ ਹੈ ਹਨਾ, ਕਿਉਂਕਿ ਉਹਦੇ ਵਿੱਚ ਕੀ ਹੈ, ਫਾਰਮਰ ਨੂੰ ਲੱਗਦਾ ਕਿ ਵੀ ਮੈਂ CA ਵੀ ਲਿਆ, ਯਾਨੀ ਕਿ ਮੈਂ ਅਧਿਕਾਰ ਪੱਤਰ ਵੀ ਲਿਆ, ਲਾਇਸੈਂਸ ਵੀ ਲਿਆ, ਮੈਂ ਹਨਾ ਟੈਸਟ ਵੀ ਕਰਾਇਆ, ਮੇਰੀ ਇੰਨੀ ਪ੍ਰੋਪਰ, ਮੇਰਾ ਆਪਣਾ, ਹੁਣ ਇਹਦੇ 'ਚ ਉਹਦੀ ਮਲਕੀਅਤ ਵੀ ਰਹਿ ਗਈ ਹੈ ਨਾ, ਮਾਲਕ ਵੀ ਹੋ ਗਿਆ ਇਸ ਪ੍ਰੋਡਕਟ ਦਾ, ਕਿਉਂਕਿ ਉਹਦਾ ਆਪਣਾ ਜਿਹੜਾ ਨਾਮ, ਜਿਵੇਂ ਉਹਨੇ ਹੁਣ ਯੰਗ ਹਨੀ ਰੱਖਿਆ, ਕਿਸੇ ਨੇ ਟਵਾਣਾ ਹਨੀ ਰੱਖ ਲਿਆ ਹਨਾ, ਜਾਂ MDH ਵਾਲੇ ਨੇ ਆਪਣਾ ਰੱਖ ਲਿਆ ਮਾਸ਼ੇ ਦੀ ਹੱਟੀ, ਤਾਂ ਉਹਦੇ ਨਾਲ ਉਹਦੇ 'ਚ ਮਲਕੀਅਤ ਦੀ ਭਾਵਨਾ ਵੀ ਪੈਦਾ ਹੋ ਗਈ ਕਿ ਮੈਂ ਇਸ ਪ੍ਰੋਡਕਟ ਦਾ ਮਾਲਕ ਹੈ, ਮੈਂ ਇਹਨੂੰ ਕਿਸੇ ਦੇ ਹੱਥ ਵਿੱਚ ਨਹੀਂ ਦਿੱਤਾ। ਤਾਂ ਉਹਦੇ ਉੱਪਰ ਉਹਨੇ ਆਪ ਹੀ ਪੈਕਿੰਗ ਕਰਾਈ ਹੈ, ਲੇਬਲਿੰਗ ਕਰਾਈ ਹੈ ਹਨਾ, ਉਹਦੇ ਤੇ ਪੂਰੀ ਪ੍ਰੋਪਰ। ਇਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਮੋਹਰ ਵੀ ਲੱਗ ਗਈ ਹੋਈ ਹੈ, ਮਾਰਕਾ ਵੀ ਲੱਗ ਗਿਆ ਹੋਇਆ ਕਿ ਇਹਦੀ ਕੁਆਲਿਟੀ ਜਿਹੜੀ ਟੈਸਟਡ ਹੈ। ਹੁਣ ਇਸ ਪ੍ਰੋਡਕਟ ਨੂੰ ਕੋਈ ਵੀ ਫਾਰਮਰ ਹੈ ਉਹ ਵਪਾਰੀ ਨੂੰ ਨਹੀਂ ਦੇਊਗਾ, ਉਹਦੇ 'ਚ ਇਹੀ ਭਾਵਨਾ ਪੈਦਾ ਹੋਊਗੀ ਕਿ ਮੈਂ ਇਹ ਪ੍ਰੋਡਕਟ ਨੂੰ ਖੁਦ ਸੇਲ ਕਰਾਂ ਹਨਾ, ਮੈਂ ਇਹਦੀ ਖੁਦ ਮਾਰਕੀਟਿੰਗ ਕਰਾਂ, ਵੀ ਮੈਂ ਇਹਦਾ ਜਿਹੜਾ ਪੂਰਾ ਮੁੱਲ ਹੈ ਉਹ ਖੁਦ ਲਵਾਂ। ਜੇ ਇਹਦਾ ਰੇਟ ਹੈ ਫਿਰ ਉਹ ਰੇਟ ਵੀ ਖੁਦ ਡਿਸਾਈਡ ਕਰ ਸਕਦਾ, ਉਹ ਚਾਹੇ ਉਹਨੂੰ 300 ਰੱਖੇ ਜਾਂ 400 ਰੱਖੇ ਜਾਂ 450 ਰੱਖੇ, ਇਹ ਉਹਦੀ ਆਪਦੀ ਕਾਸਟ ਤੇ ਆ, ਉਹਨੂੰ ਕਿੰਨਾ ਲੱਗਦਾ ਕਿ ਮੈਨੂੰ ਕਿੰਨੀ ਕਾਸਟ ਪੈ ਗਈ ਹੈ ਹਨਾ, ਕਿੰਨਾ ਮੈਨੂੰ ਖਰਚਾ ਆਇਆ, ਉਸ ਹਿਸਾਬ ਨਾਲ ਨਾਲੇ ਤਾਂ ਉਹ ਰੇਟ ਡਿਸਾਈਡ ਕਰਦਾ ਤੇ ਨਾਲੇ ਉਹ ਆਪਣਾ ਉਹਦੇ 'ਚ ਮਲਕੀਅਤ ਦੀ ਭਾਵਨਾ ਪੈਦਾ ਹੁੰਦੀ ਹੈ, ਨਾਲੇ ਵਪਾਰ ਕਰਨ ਦੀ ਜਿਹੜੀ ਸੋਚ ਆਉਂਦੀ ਹੈ ਉਹ ਬਹੁਤ ਜ਼ਰੂਰੀ ਹੈ ਇਸ ਟਾਈਮ ਦੇ ਉੱਤੇ, ਜੇਕਰ ਤੁਸੀਂ ਪੂਰਾ ਮੁੱਲ ਲੈਣਾ ਆਪਣੀ ਪ੍ਰੋਡਕਟ ਦਾ। ਸੋ ਐਗ ਮਾਰਕ ਦਾ ਇੱਕ ਤਾਂ ਆਹ ਸਾਰੇ ਗ੍ਰੇਡ ਹੈ, ਜਿਵੇਂ ਅਸੀਂ ਇਹ ਸ਼ਹਿਦ ਦੇ ਵਿੱਚ ਅਲੱਗ-ਅਲੱਗ ਟੈਸਟ ਕਰਦੇ ਹਾਂ, ਮੋਇਸਚਰ ਕੰਟੈਂਟ ਕਰਦੇ ਹਾਂ, ਟੋਟਲ ਐਸ਼, ਉਹਦੀ ਐਸਿਡਿਕ ਵੈਲਿਊ ਕਰਦੇ ਹਾਂ, ਸੁਕਰੋਜ਼ ਕਿੰਨਾ ਹੈ, ਫਰਕਟੋਜ਼ ਕਿੰਨਾ ਹੈ, ਗਲੂਕੋਜ਼ ਕਿੰਨਾ ਹੈ ਹਨਾ, ਇਹ ਸਾਰੇ ਗ੍ਰੇਡ ਹੈ, ਸਪੈਸ਼ਲ ਗ੍ਰੇਡ, A ਗ੍ਰੇਡ, ਸਟੈਂਡਰਡ ਗ੍ਰੇਡ। ਇਹਦੇ ਵਿੱਚ ਤੁਸੀਂ ਦੇਖੋਗੇ
ਫਸਟ ਵਾਲਾ ਜਿਹੜਾ ਮੋਇਸਚਰ ਕੰਟੈਂਟ ਹੈ ਨਾ 20% ਤੱਕ ਮੋਇਸਚਰ ਕੰਟੈਂਟ ਹੈ ਤਾਂ ਅਸੀਂ ਉਹਨੂੰ ਸਪੈਸ਼ਲ ਗ੍ਰੇਡ ਦਿੰਦੇ ਹਾਂ। ਜੇਕਰ 22 ਤੱਕ ਉਹਦਾ ਜਿਹੜਾ ਨਮੀ ਦੀ ਮਾਤਰਾ 22 ਤੱਕ ਹੈ ਤਾਂ A ਗ੍ਰੇਡ ਦਿੰਦੇ ਹਾਂ, ਤੇ 25 ਤੱਕ ਹੈ ਤਾਂ ਸਟੈਂਡਰਡ ਗ੍ਰੇਡ, 25 ਤੋਂ ਉੱਪਰ ਹੈ ਤਾਂ ਫੇਲ ਹੁੰਦਾ ਸੈਂਪਲ, ਹਨਾ। ਤਾਂ ਤੁਸੀਂ ਦੇਖੋਗੇ ਹੁਣ ਇਹਦੇ ਚ ਆਪਾਂ ਕਹਿ ਦਿੰਦੇ ਕਿ ਸ਼ਹਿਦ ਜੰਮ ਗਿਆ, ਹਨਾ। ਜੰਮ ਗਿਆ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਦੇ ਚ ਚੀਨੀ ਪਾਈ ਹੋਈ ਹੈ। ਇਹਦੇ ਚ ਕਈ ਤਰ੍ਹਾਂ ਦੀਆਂ ਸ਼ੂਗਰ ਹੁੰਦੀਆਂ, ਗਲੂਕੋਜ਼ ਹੁੰਦੀ ਹੈ, ਫਰਕਟੋਜ਼ ਹੁੰਦੀ ਹੈ, ਸੁਕਰੋਜ਼ ਹੁੰਦੀ ਹੈ। ਇਹ ਉਹਦੀ ਮਾਤਰਾ ਤੇ ਡਿਪੈਂਡ ਕਰਦਾ ਹੈ। ਜੇ ਗਲੂਕੋਜ਼ ਫਰਕਟੋਜ਼ ਨਾਲੋਂ ਥੋੜੀ ਜ਼ਿਆਦਾ ਹੋਊਗੀ ਤਾਂ ਉਹ ਸ਼ਾਇਦ ਥੋੜਾ ਜਿਹੜਾ ਕ੍ਰਿਸਟਲਾਈਜ਼ ਹੋ ਜਾਂਦਾ, ਜੰਮ ਜਾਂਦਾ ਹੈ। ਜਿਵੇਂ ਤਾਰਾ ਮੀਰਾ, ਬਰਸੀਮ, ਰਾਇਆ, ਸਰੋਂ, ਇਹਦੇ ਤੋਂ ਜਿਹੜਾ ਸ਼ਹਿਦ ਤਿਆਰ ਹੁੰਦਾ ਉਹਦੇ ਚ ਥੋੜੀ ਗਲੂਕੋਜ਼ ਵੱਧ ਹੁੰਦੀ ਹੈ, ਉਹ ਜੰਮ ਜਾਂਦਾ। ਸੋ ਇਹਦੇ ਲਈ ਅਸੀਂ ਤਾਂ ਹੀ ਕਰਕੇ ਸਾਰੇ ਟੈਸਟ ਕਰਦੇ ਹਾਂ ਕਿ ਫਰਕਟੋਜ਼ ਕਿੰਨਾ, ਗਲੂਕੋਜ਼ ਕਿੰਨਾ, ਸੁਕਰੋਜ਼ ਕਿੰਨਾ। ਸੋ ਅਲੱਗ-ਅਲੱਗ ਤਰ੍ਹਾਂ ਦੇ ਗ੍ਰੇਡ ਹੈ। ਐਂ ਆਟੇ ਦੇ ਵਿੱਚ ਗ੍ਰੇਡਿੰਗ ਹੁੰਦੀ ਹੈ, ਹਨਾ। ਉਹਦੇ ਚ ਵੀ ਗਲੂਟਨ ਦੇਖੀ ਜਾਂਦੀ ਹੈ ਕਿ ਕਿੰਨੀ ਗਲੂਟਨ ਹੈ, ਕਿੰਨੀ ਐਸ਼ ਹੈ, ਨਮੀ ਦੀ ਮਾਤਰਾ ਕਿੰਨੀ ਹੈ, ਫਾਈਬਰ ਕਿੰਨਾ ਇਹਦੇ ਵਿੱਚ। ਸੋ ਇਹ ਸਾਰੇ ਅਲੱਗ-ਅਲੱਗ ਟੈਸਟ ਹੈ। ਵੇਸਨ ਦੇ ਟੈਸਟ ਹੈ ਜਿਹਦੇ ਵਿੱਚ 2 ਗ੍ਰੇਡ ਹੁੰਦੇ ਆ, ਉਹਦੀ ਜੋ ਵੀ ਰੀਡਿੰਗ ਆਉਂਦੀ ਹੈ ਟੈਸਟ ਤੋਂ ਬਾਅਦ ਉਹਦੇ ਹਿਸਾਬ ਨਾਲ ਉਹਦਾ ਗ੍ਰੇਡ ਹੁੰਦਾ ਹੈ। ਸੋ ਇਹਦੀ ਜਿਹੜਾ ਫਾਇਦਾ ਹੈ ਐਗ ਮਾਰਕ ਦਾ ਉਹ ਇਹੀ ਹੈ ਕਿ ਇੱਕ ਫਾਰਮਰ ਨੂੰ, ਪ੍ਰੋਡਿਊਸਰ ਨੂੰ, ਇੱਕ ਪ੍ਰੋਸੈਸਰ ਨੂੰ ਉਹਦੇ ਪ੍ਰੋਡਕਟ ਦਾ ਸਹੀ ਰੇਟ ਮਿਲਦਾ ਹੈ, ਪੂਰਾ ਰੇਟ ਮਿਲਦਾ ਹੈ। 15 ਤੋਂ 20% ਨਹੀਂ ਮਿਲਦਾ, 100% ਮਿਲਦਾ। ਜਿੰਨਾ ਉਹ ਡਿਸਾਈਡ ਕਰਦਾ ਉਹਨੂੰ ਉਹ ਰੇਟ ਮਿਲਦਾ। ਫਿਰ ਉਹਦੇ ਵਿੱਚ ਨਾ ਉਹਨੂੰ ਡਾਇਰੈਕਟਲੀ ਸੈੱਲ ਕਰਨ ਦੀ, ਸੈਲਫ ਮਾਰਕੀਟਿੰਗ ਕਰਨ ਦੀ ਉਹਦੇ ਵਿੱਚ ਮੋਟੀਵੇਸ਼ਨ ਹੁੰਦੀ ਹੈ। ਕਿਉਂਕਿ ਜਦੋਂ ਤੁਸੀਂ ਇੱਕ ਪ੍ਰੋਡਕਟ ਨੂੰ ਇੰਨਾ ਚੰਗੀ ਤਰ੍ਹਾਂ ਤੁਹਾਡੀ ਪੈਕਿੰਗ ਹੋ ਜਾਂਦੀ ਹੈ, ਹਨਾ, ਉਹਦੇ ਤੇ ਮਾਰਕਾ ਵੀ ਲੱਗ ਜਾਂਦਾ, ਤਾਂ ਉਹਨੂੰ ਤੁਸੀਂ ਕਿਸੇ ਵਪਾਰੀ ਨੂੰ ਕਿਉਂ ਦਿਓਗੇ? ਉਹਨੂੰ ਤੁਸੀਂ ਡਾਇਰੈਕਟ ਕਿਸੇ ਨਾਲ, ਚਾਹੇ ਤੁਸੀਂ ਕਿਸੇ FPO ਨਾਲ ਜੁੜ ਕੇ, ਚਾਹੇ ਕਿਸੇ ਸੈਲਫ ਹੈਲਪ ਗਰੁੱਪ ਨਾਲ ਜੁੜ ਕੇ, ਚਾਹੇ ਉਹਨੂੰ ਤੁਸੀਂ ਆਪਣੀ ਕੋਈ ਤੁਹਾਡੇ ਕੋਲੇ ਜਗ੍ਹਾ ਹੈਗੀ ਆ ਉੱਥੇ ਆਪਣਾ ਰਿਟੇਲ ਆਊਟਲੈਟ ਖੋਲ ਕੇ ਉਸਦੀ ਡਾਇਰੈਕਟ ਸੈਲ ਕਰੋਗੇ। ਜਾਂ ਬਹੁਤ ਸਾਰੇ ਗਵਰਨਮੈਂਟ ਵੱਲੋਂ, ਵਿਭਾਗ ਵੱਲੋਂ ਵੀ ਹੁਣ ਐਗ ਮਾਰਕ ਆਊਟਲੈਟ ਵੀ ਖੋਲੇ ਹੋਏ ਆ, ਜਿਵੇਂ ਕਿਸਾਨ ਬਾਜ਼ਾਰ ਵੀ ਹੈ, ਆਪਣੀ ਮੰਡੀ ਹੈ, ਹਨਾ। ਇਸ ਤਰ੍ਹਾਂ ਦੀ ਮੰਡੀ 'ਚ ਵੀ ਤੁਸੀਂ ਆਪਣਾ ਡਾਇਰੈਕਟ ਸੈਲ ਕਰ ਸਕਦੇ ਹੋ। ਇਸ ਤੋਂ ਬਿਨਾਂ ਬੜੇ ਸਾਰੇ ਹੈਗੇ ਆ ਸੋਸ਼ਲ ਮੀਡੀਆ, WhatsApp ਤੇ, ਇੰਸਟਾਗ੍ਰਾਮ ਤੇ, ਫੇਸਬੁੱਕ ਤੇ ਆਪਣੇ ਪੇਜ ਬਣਾ ਕੇ ਆਪਣੀ ਉਹਦੀ ਐਡਵਰਟਾਈਜ਼ਮੈਂਟ ਕਰਕੇ ਕਿ ਆਹ ਸਾਡਾ ਪ੍ਰੋਡਕਟ ਹੈ, ਪਿਓਰ ਹੈ, ਔਰ ਇਹਦੇ ਤੇ ਗਵਰਨਮੈਂਟ ਵੱਲੋਂ ਪ੍ਰਮਾਣਿਕਤਾ ਵੀ ਹੋਈ ਵੀ ਹੈ, ਹਨਾ। ਉਹਦੀ ਤੁਸੀਂ ਇੱਕ ਐਡਵਰਟਾਈਜ਼ਮੈਂਟ ਕਰਕੇ, ਇਸ਼ਤਿਹਾਰਬਾਜ਼ੀ ਕਰਕੇ ਤੁਸੀਂ ਉਹਦੀ ਸੇਲ ਕਰ ਸਕਦੇ ਹੋ, ਹਨਾ। ਉਹਦੇ ਨਾਲ ਕਿ ਤੁਹਾਡੇ 'ਚ ਆਪਣੇ 'ਚ ਵੀ ਤੁਹਾਨੂੰ ਲੱਗਦਾ ਕਿ ਮੇਰਾ ਆਪਣਾ ਪ੍ਰੋਡਕਟ ਹੈ, ਤੁਸੀਂ ਉਹਦੇ ਓਨਰਸ਼ਿਪ ਵਾਲੀ ਤੁਹਾਡੇ 'ਚ ਫੀਲਿੰਗ ਆਉਂਦੀ ਹੈ। ਫਿਰ ਤੁਸੀਂ ਰੇਟ ਉਹਦਾ ਖੁਦ ਡਿਸਾਈਡ ਕਰ ਸਕਦੇ ਹੋ। ਹੁਣ ਤੁਹਾਡੇ ਤੋਂ ਜਦੋਂ ਵਪਾਰੀ ਲੈਂਦਾ ਤਾਂ ਵਪਾਰੀ ਤੋਂ ਦੋਨੋਂ ਪਾਸੇ ਫਾਇਦਾ ਹੁੰਦਾ। ਇੱਧਰੋਂ ਵੀ ਆਪ ਰੇਟ ਡਿਸਾਈਡ ਕਰਦਾ ਕਿ ਮੈਂ 80 ਰੁਪਏ ਲੈਣਾ, ਉਧਰ ਵੀ ਆਪ ਰੇਟ ਡਿਸਾਈਡ ਕਰਦਾ ਕਿ ਮੈਂ 300 ਦੇਣਾ ਜਾਂ 400 ਦੇਣਾ, ਹਨਾ। ਦੋਨੋਂ ਪਾਸੇ ਉਹ ਰੇਟ ਡਿਸਾਈਡ ਕਰਦਾ। ਹੁਣ ਇਹ ਤੁਹਾਡਾ ਪ੍ਰੋਡਕਟ ਹੈ, ਤੁਸੀਂ ਰੇਟ ਡਿਸਾਈਡ ਕਰੋਗੇ ਕਿ ਅਸੀਂ ਕਿੰਨੇ ਦਾ ਦੇਣਾ। ਤੇ ਖਪਤਕਾਰ ਨੂੰ ਤਾਂ ਇਹ ਹੁੰਦਾ ਕਿ ਵੀ ਉਹਨੂੰ ਸ਼ੁੱਧ ਚਾਹੀਦਾ, ਤਾਂ ਤੁਹਾਡਾ ਰੇਟ ਵੀ ਉਹਨੂੰ ਮਨਜ਼ੂਰ ਹੁੰਦਾ ਹੈ। ਸ਼ੁੱਧ ਹੈ ਕਿ ਅਸੀਂ ਉਹਨੂੰ, ਪਹਿਲੇ ਤਾਂ ਇਹੀ ਤਸੱਲੀ ਹੁੰਦੀ ਹੈ ਕਿ ਅਸੀਂ ਸਿੱਧਾ ਪ੍ਰੋਡਿਊਸਰ ਤੋਂ ਜਾਂ ਪ੍ਰੋਸੈਸਰ ਤੋਂ ਸਿੱਧਾ ਹੀ ਸ਼ਾਇਦ ਲੈ ਰਹੇ ਹਾਂ, ਤਾਂ ਇਹ ਪਿਓਰ ਹੀ ਹੋਊਗਾ, ਹਨਾ। ਫਿਰ ਹੌਲੀ ਹੌਲੀ ਜਿਵੇਂ ਤੁਹਾਡਾ ਕਹਿ ਲਓ ਕਿ ਖਪਤਕਾਰਾਂ ਦੇ ਨਾਲ, ਕੰਜ਼ਿਊਮਰਾਂ ਦੇ ਨਾਲ ਜਦੋਂ ਤੁਹਾਡਾ ਸੰਪਰਕ ਹੋਣਾ ਸ਼ੁਰੂ ਹੋ ਜਾਂਦਾ ਹੈ, ਚਾਹੇ ਸੋਸ਼ਲ ਮੀਡੀਆ ਥਰੂ ਜਾਂ ਜਦੋਂ ਤੁਸੀਂ ਉਹਨੂੰ ਸਿੱਧਾ ਵੇਚਦੇ ਹੋ। ਹੁਣ ਵਪਾਰੀ ਨਾਲ ਕੀ ਹੈ, ਤੁਹਾਡਾ 2 ਵਪਾਰੀਆਂ ਨਾਲ ਸੰਪਰਕ ਹੋਊਗਾ ਜਾਂ 3 ਨਾਲ ਹੋਊਗਾ, ਹਨਾ। ਤਾਂ ਉਹ ਹੋ ਸਕਦਾ ਸਮਾਂ ਪਾ ਕੇ ਉਹ 3 ਵਪਾਰੀ ਨੂੰ ਕਿਤੋਂ ਹੋਰ ਘੱਟ ਰੇਟਸ ਮਿਲੂਗਾ, ਤੁਹਾਨੂੰ ਛੱਡ ਸਕਦੇ ਆ ਕਿ ਅਸੀਂ ਕਿਸੇ ਹੋਰ ਤੋਂ ਲੈਣਾ ਸ਼ੁਰੂ ਕਰਦੇ। ਬਟ ਇੱਕ ਖਪਤਕਾਰ ਦੇ ਨਾਲ ਜਿਹੜਾ ਸੰਪਰਕ ਹੁੰਦਾ ਉਹ ਬੜਾ ਜ਼ਿਆਦਾ, ਮਤਲਬ ਬਹੁਤ ਸਾਰਿਆਂ ਨਾਲ ਹੁੰਦਾ ਔਰ ਲੰਬਾ ਟਾਈਮ ਰਹਿੰਦਾ। ਜਦੋਂ ਆਪਣਾ ਕੁਆਲਿਟੀ ਪ੍ਰੋਡਕਟ ਹੋਊਗਾ ਤਾਂ ਉਹ ਹਮੇਸ਼ਾ ਤੁਹਾਡੇ ਨਾਲ ਜੁੜੇ ਵੀ ਰਹਿਣਗੇ, ਹਨਾ। ਤਾਂ ਹੌਲੀ ਹੌਲੀ ਕੀ ਹੁੰਦਾ, ਤੁਹਾਡੇ 'ਚ ਇਹ ਵੀ ਭਾਵਨਾ ਪੈਦਾ ਹੁੰਦੀ ਹੈ ਕਿ ਅਸੀਂ ਆਪਣੇ ਜਿਹੜੇ ਪ੍ਰੋਡਕਟ ਹੈ, ਅਸੀਂ ਜਿੰਨੀ ਵੀ ਸਾਡੀ ਪ੍ਰੋਡਿਊਸ ਹੈ ਨਾ, ਹੋਰ ਵੀ ਚਾਹੇ ਉਹ ਕਣਕ ਹੈ, ਹਨਾ। ਕਣਕ ਤੋਂ ਅਸੀਂ ਦਲੀਆ ਬਣਾ ਸਕਦੇ ਹਾਂ, ਸੇਵੀਆਂ ਬਣਾ ਸਕਦੇ ਹਾਂ, ਜਾਂ ਈਵਨ ਉਹਦੇ ਤੋਂ ਮੈਗੀ ਪਾਸਤਾ ਟਾਈਪ ਕੁਝ ਬਣਾ ਸਕਦੇ ਹਾਂ। ਚਾਵਲ ਹੈ, ਉਹਦਾ ਪੋਹਾ ਬਣਾ ਸਕਦੇ ਹਾਂ। ਮੱਕੀ ਹੈ, ਉਹਦੇ ਤੋਂ ਆਟਾ ਵੀ ਬਣਾ ਸਕਦੇ ਹਾਂ, ਉਹਦੇ ਫਲੇਕਸ ਵੀ ਬਣਾ ਸਕਦੇ ਹਾਂ, ਹਨਾ। ਇਸ ਤਰ੍ਹਾਂ ਦੇ ਤੁਹਾਡੇ ਦਿਮਾਗ 'ਚ ਹੌਲੀ ਹੌਲੀ ਇਸ ਤਰ੍ਹਾਂ ਦੀ ਤੁਹਾਡੇ 'ਚ ਮੋਟੀਵੇਸ਼ਨ ਆਊਗੀ ਕਿ ਅਸੀਂ ਜਿੰਨੀ ਵੀ ਸਾਡੀ ਪ੍ਰੋਡਿਊਸ ਹੈ ਨਾ ਉਹਨੂੰ, ਕਿਉਂਕਿ ਪਤਾ ਕੀ ਸਭ ਤੋਂ ਜ਼ਿਆਦਾ ਫਾਇਦਾ ਕਿਸ ਚੀਜ਼ 'ਚ ਹੁੰਦਾ ਹੈ ਕਿ ਪ੍ਰੋਡਕਟ ਬਣਾਉਣ 'ਚ ਹੁੰਦਾ ਹੈ। ਪ੍ਰੋਡਿਊਸ ਤੋਂ ਪ੍ਰੋਡਕਟ, ਜਿੰਨੇ ਜ਼ਿਆਦਾ ਤੁਸੀਂ ਆਪਣੇ ਕਹਿ ਲਓ ਕਿ ਉਤਪਾਦ ਤੋਂ, ਜਿਹੜੇ ਤੁਸੀਂ ਉਤਪਾਦ ਬਣਾਓਗੇ, ਆਪਣੀ ਉਪਜ ਤੋਂ ਉਤਪਾਦ ਬਣਾਓਗੇ, ਉਨਾ ਹੀ ਜ਼ਿਆਦਾ ਫਾਇਦਾ ਹੈ। ਕਿਉਂਕਿ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਜ਼ਿਆਦਾ ਡਿਮਾਂਡ ਹੈ ਜਿਹੜੀ ਉਹ ਪ੍ਰੋਸੈਸਡ ਪ੍ਰੋਡਕਟ ਦੀ ਹੈ, ਹਨਾ। ਕਿਉਂਕਿ ਇੰਨੀ ਭੱਜ ਦੌੜ ਵਾਲੀ ਜ਼ਿੰਦਗੀ ਹੈ, ਕਿਸੇ ਕੋਲੇ ਟਾਈਮ ਹੀ ਨਹੀਂ ਹੈ ਵੀ ਅਸੀਂ ਕਣਕ ਲਈਏ ਤੇ ਅਸੀਂ ਉਹਦਾ ਆਟਾ ਬਣਾਈਏ, ਹਨਾ। ਸਭ ਨੂੰ ਇਹ ਹੈ ਕਿ ਸਾਨੂੰ ਰੈਡੀ ਟੂ ਕੁੱਕ, ਰੈਡੀ ਟੂ ਵਾਲਾ ਸਮਾਨ ਮਿਲ ਜੇ, ਕਿ ਬਣਿਆ ਬਣਾਇਆ ਜਾਂ ਪੀਸਿਆ ਪਸਾਇਆ ਸਮਾਨ ਮਿਲ ਜੇ। ਕੋਈ ਨਹੀਂ ਸਰੋਂ ਲੈਂਦਾ, ਤੇਲ ਬਣਾਉਂਦਾ, ਸਾਰੇ ਤੇਲ ਦੀਆਂ ਬੋਟਲਸ ਹੀ ਲੈ ਕੇ ਆਉਂਦੇ ਆ, ਹਨਾ, ਸ਼ਹਿਰਾਂ ਦੇ ਵਿੱਚ ਤਾਂ ਸਪੈਸ਼ਲੀ। ਸੋ ਇਸ ਲਈ ਉਹਨੂੰ ਉਹਦੇ 'ਚ ਹੋਰ ਵੈਲਿਊ ਐਡ ਕਰਨ ਲਈ, ਆਪਣੀ ਉਪਜ ਦੇ ਵਿੱਚ ਹੋਰ ਉਹਦੀ ਕੀਮਤ ਵਧਾਉਣ ਦੇ ਲਈ ਵੱਧ ਤੋਂ ਵੱਧ ਪ੍ਰੋਡਕਟ ਬਣਾਉਣੇ ਚਾਹੀਦੇ ਹੈ, ਠੀਕ ਹੈ। ਉਸ ਪ੍ਰੋਡਕਟ ਲਈ ਖੁਦ ਸੇਲ ਕਰੋ, ਉਹਨੂੰ ਖੁਦ ਪੈਕ ਕਰੋ, ਉਹਨੂੰ ਖੁਦ ਉਹਦੇ ਤੇ ਆਪਣਾ ਲੇਬਲ ਲਗਾਓ, ਆਪਣਾ ਜੋ ਵੀ ਤੁਹਾਡਾ ਬ੍ਰਾਂਡ ਨੇਮ ਹੈ ਉਹ ਲਗਾਓ, ਉਹਦੇ ਤੇ ਪੂਰੀ ਇਨਫੋਰਮੇਸ਼ਨ ਦਿਓ ਤੇ ਉਹਨੂੰ ਖੁਦ ਸੇਲ ਕਰੋ। ਇਹਦੇ 'ਚ ਹੀ ਸਭ ਤੋਂ ਜ਼ਿਆਦਾ ਫਾਇਦਾ ਹੈ। ਫਿਰ ਹੌਲੀ ਹੌਲੀ ਜਦੋਂ ਤੁਸੀਂ ਖਪਤਕਾਰਾਂ ਦੇ ਸੰਪਰਕ 'ਚ ਆਉਂਦੇ ਹੋ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਇਸ ਪ੍ਰੋਡਿਊਸ ਤੋਂ ਹੋਰ ਕੀ ਪ੍ਰੋਡਕਟ ਬਣਾ ਸਕਦੇ ਹਾਂ, ਹਨਾ। ਬਾਕੀ ਯੂਨੀਵਰਸਿਟੀ ਦੇ ਵਿੱਚ ਪ੍ਰੋਸੈਸਿੰਗ ਡਿਪਾਰਟਮੈਂਟ ਵਾਲੇ ਹੈਗੇ ਆ, ਸਕਿੱਲ ਡਿਵੈਲਪਮੈਂਟ ਵਾਲੇ, ਸਾਰੀ ਗਾਈਡੈਂਸ ਦੇ ਰਿਹਾ ਕਿ
ਤੁਹਾਡਾ ਜੋ ਵੀ ਪਰਟੀਕੂਲਰ ਪ੍ਰੋਡਿਊਸ ਹੈ ਉਹਦੇ ਤੋਂ ਕੀ ਪ੍ਰੋਡਕਟ ਬਣ ਸਕਦੇ ਆ, ਉਹਦੀ ਟੈਕਨੀਕਲ ਗਾਈਡੈਂਸ ਵੀ ਦਿੰਦੇ ਆ ਕਿ ਕਿਹੜੇ ਕਿਹੜੇ ਪ੍ਰੋਡਕਟ ਬਣ ਸਕਦੇ ਆ। ਫਿਰ ਉਸ ਤੋਂ ਬਿਨਾਂ ਉਹਦੀ ਪੈਕਿੰਗ ਵੀ ਦੱਸਦੇ ਆ ਕਿ ਉਹਦੀ ਸ਼ੈਲਫ ਲਾਈਫ ਵਧਾਉਣ ਲਈ ਕਿੱਦਾਂ ਉਹਨੂੰ ਪੈਕ ਕਰਨਾ ਹੈ ਹਨਾ, ਉਹਦੀ ਸਾਰੀ ਪੈਕਿੰਗ ਦੀ ਟੈਕਨੀਕ ਵੀ ਦੱਸਦੇ ਆ। ਸੋ ਇਹ ਸਾਰੀਆਂ ਚੀਜ਼ਾਂ ਦਾ ਫਾਇਦਾ ਲੈ ਕੇ ਤੁਸੀਂ ਆਪਣੀ ਪ੍ਰੋਸੈਸਿੰਗ ਦੀ ਟ੍ਰੇਨਿੰਗ ਵੀ ਲਓ, ਆਪਣੀ ਪੈਕਿੰਗ ਦੀ ਵੀ ਲਓ ਕਿ ਕਿਵੇਂ ਪੈਕਿੰਗ ਕਰਨੀ ਹੈ, ਲੇਬਲਿੰਗ ਦੀ ਵੀ ਲਓ ਹਨਾ ਕਿ ਲੇਬਲਿੰਗ ਕਰਕੇ, ਕਿਉਂਕਿ ਇਹ ਸਾਰੀਆਂ ਚੀਜ਼ਾਂ ਰੇਟ ਵਧਾਉਣ ਲਈ ਮਾਰਕੀਟਿੰਗ ਦੇ ਲਈ ਬਹੁਤ ਜ਼ਰੂਰੀ ਹੈ। ਪ੍ਰੋਡਕਸ਼ਨ ਤਾਂ ਬਹੁਤ ਜ਼ਿਆਦਾ ਹੋ ਜਾਂਦੀ ਹੈ ਬਟ ਮਾਰਕੀਟਿੰਗ ਲਈ ਇਹ ਸਕਿੱਲਾਂ ਨੇ ਬਹੁਤ ਜ਼ਰੂਰੀ ਹੈ। ਸੋ ਇਦਾਂ ਦੀਆਂ ਸਾਰੀਆਂ ਟੈਕਨੀਕਲ ਟ੍ਰੇਨਿੰਗ ਗਾਈਡੈਂਸ ਲਿਓ ਓਕੇ, ਆਪਣਾ ਪ੍ਰੋਡਕਟ ਕਿਹੜੇ ਕਿਹੜੇ ਪ੍ਰੋਡਕਟ ਮੈਕਸਿਮਮ ਤਿਆਰ ਕਰ ਸਕਦੇ ਆ। ਫਿਰ ਪ੍ਰੋਡਕਟ ਤੋਂ ਵੀ ਬਾਅਦ ਹੌਲੀ ਹੌਲੀ ਤੁਹਾਡੇ ਦਿਮਾਗ 'ਚ ਬਾਈ ਪ੍ਰੋਡਕਟ ਵੀ ਆਉਣਗੇ ਕਿ ਹੋਰ ਪ੍ਰੋਡਕਟ ਤੋਂ ਹੋਰ ਕੀ ਬਣਾਇਆ ਜਾ ਸਕਦਾ। ਮੰਨ ਲਓ ਸ਼ਹਿਦ ਹੈ, ਹੁਣ ਸਾਡੇ ਕਈ ਬੀ ਕੀਪਰ ਹੈ ਉਹ ਸ਼ਹਿਦ ਤਿਆਰ ਕਰ ਰਿਹਾ ਹੈ। ਹੁਣ ਸ਼ਹਿਦ ਤੋਂ ਬਾਅਦ ਕੀ ਹੈ, ਉਹਨਾਂ ਨੇ ਸਰਦੀਆਂ 'ਚ ਅਲਸੀ ਦੀਆਂ ਪਿੰਨੀਆਂ ਬਣਾਉਣੀਆਂ, ਉਹ ਵੀ ਸ਼ਹਿਦ ਤੋਂ ਬਣਾ ਦੇਣੀਆਂ ਹੈ ਨਾ। ਫਿਰ ਸ਼ਹਿਦ ਦੀ ਬੋਟਲ ਦੇ ਵਿੱਚ ਹੀ ਉਹਨਾਂ ਨੇ ਬਦਾਮ, ਕਾਜੂ, ਸੌਗੀ, ਛੁਹਾਰੇ, ਇਸ ਤਰ੍ਹਾਂ ਦੇ ਕਈ ਸਾਰੇ ਨਟਸ ਹੈ ਜਿਹੜੇ ਸ਼ਹਿਦ ਦੇ ਵਿੱਚ ਪਾ ਕੇ ਉਹ ਤਿਆਰ ਕਰ ਦਿੰਦੇ ਆ। ਸੋ ਇਸ ਤਰ੍ਹਾਂ ਦੇ ਬਾਈ ਪ੍ਰੋਡਕਟ ਵੀ ਤਿਆਰ ਹੋ ਜਾ ਰਹੇ ਹਨ। ਵੇਸਣ ਹੈ, ਜਿਵੇਂ ਸਾਡੇ ਹੈਲਥ ਹਾਰਵੈਸਟ ਵਾਲੇ ਇੱਕ ਹੈਗੇ ਆ, ਹੈਲਥ ਹਾਰਵੈਸਟ ਵਾਲੇ ਇੱਕ ਸਾਡੇ ਤੋਂ ਜਿਹੜੇ ਵੇਸਣ ਦੀ ਕਰਵਾ ਰਹੇ ਆ, ਉਹ ਉਹਨਾਂ ਨੇ ਹੌਲੀ ਹੌਲੀ ਆਪਣੇ ਵੇਸਣ ਤੋਂ ਪਿੰਨੀਆਂ, ਵੇਸਣ ਦੀ ਬਰਫੀ, ਵੇਸਣ ਦੀ ਬੂੰਦੀ, ਉਹਦੇ ਪਕੌੜੇ ਹਨਾ। ਹੌਲੀ ਹੌਲੀ ਜਦੋਂ ਤੁਹਾਡੀ ਸੇਲ ਹੋਣੀ ਸ਼ੁਰੂ ਹੋ ਜਾਂਦੀ ਹੈ, ਤੁਹਾਡੇ ਚ ਖਪਤਕਾਰਾਂ ਨੂੰ ਵਿਸ਼ਵਾਸ ਪੈਦਾ ਹੋ ਜਾਂਦਾ, ਉਹ ਤੁਹਾਨੂੰ ਖੁਦ ਹੀ ਆਈਡੀਆ ਦਿੰਦੇ ਕਿ ਤੁਸੀਂ ਹੁਣ ਤੁਹਾਡਾ ਜਿਹੜਾ ਵੇਸਣ ਇੰਨਾ ਵਧੀਆ ਤਾਂ ਤੁਸੀਂ ਇਹਦੇ ਤੋਂ ਆਹ ਚੀਜ਼ ਵੀ ਤਿਆਰ ਕਰੋ। ਰਾਜਵੀਰ ਕੌਰ, ਆਪਣਾ ਮਾਈਕ੍ਰੋਫੋਨ ਮਿਊਟ ਕਰੋ ਜੀ, ਮਾਈਕ ਆਫ ਕਰੋ ਰਾਜਵੀਰ। ਜੀ ਮੈਮ ਕੰਟੀਨਿਊ ਰੱਖ ਲਓ ਜੀ। ਐਕਚੁਅਲੀ ਉਹ ਦੋ ਜਦੋਂ ਮਾਈਕ ਔਨ ਹੋ ਜਾਂਦੇ ਦੈਨ ਵਾਈਬ੍ਰੇਸ਼ਨ ਸ਼ੁਰੂ ਹੋ ਜਾਂਦੀ ਹੈ ਨਾ। ਹਾਂਜੀ ਹਾਂਜੀ ਹਾਂ, ਡਿਸਟਰਬੈਂਸ ਆ ਰਹੀ ਸੀ। ਤਾਂ ਇਹ ਫਿਰ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਤੁਹਾਨੂੰ ਨਾ ਹੌਲੀ ਹੌਲੀ ਕੀ ਹੁੰਦਾ ਕਿ ਇੱਕ ਕਸਟਮਰ ਹੀ ਹੈ ਜਿਹੜਾ ਕੰਜ਼ਿਊਮਰ ਆ, ਉਹ ਤੁਹਾਨੂੰ ਬਾਈ ਪ੍ਰੋਡਕਟ ਦੀ ਵੀ ਜਦੋਂ ਡਿਮਾਂਡ ਕਰਦਾ ਤਾਂ ਤੁਹਾਡੇ ਤੁਸੀਂ ਫਿਰ ਉਧਰ ਵੱਲ ਨੂੰ ਵੀ ਆਪਣੇ ਸਕਿੱਲ ਜਿਹੜੇ ਡਿਵੈਲਪ ਕਰਦੇ ਹੋ ਹਨਾ। ਤਾਂ ਯੂਨੀਵਰਸਿਟੀ 'ਚ ਤਾਂ ਸਾਰੇ ਤਰ੍ਹਾਂ ਦੀਆਂ ਟ੍ਰੇਨਿੰਗਸ ਹੈ, ਈਵਨ ਫਿਰ ਤੁਹਾਡੀ ਜਿਹੜੀ ਫੈਮਿਲੀ ਹੁੰਦੀ ਹੈ, ਤੁਹਾਡੇ ਬੱਚੇ ਹੁੰਦੇ ਆ ਹਨਾ, ਤਾਂ ਉਹ ਵੀ ਇਨਵੋਲਵ ਹੋ ਜਾਂਦੇ ਆ ਤੁਹਾਡੇ ਉਸ ਬਿਜ਼ਨਸ ਦੇ ਵਿੱਚ ਕਿ ਵੀ ਉਹਨਾਂ ਨੇ ਘਰ ਦੀਆਂ ਚੀਜ਼ਾਂ ਬਣਾਉਣੀਆਂ, ਕੋਈ ਪਿੰਨੀਆਂ ਬਣਾਉਣੀਆਂ ਜਾਂ ਕੁਝ ਵੀ ਬਣਾਉਣਾ ਵੇਸਣ ਤੋਂ, ਜਾਂ ਤਾਂ ਉਹ ਹੌਲੀ ਹੌਲੀ ਤੁਹਾਡੇ ਜਿਹੜੇ ਕਹਿ ਲਓ ਕਿ ਇੱਕ ਉਦਮੀਕਰਨ ਦਾ ਜਿਹੜਾ ਇੰਟਰਪ੍ਰੀਨਿਓਰਸ਼ਿਪ ਆਪਾਂ ਕਹਿ ਦਿੰਦੇ ਹਾਂ ਨਾ, ਉਹਦੀ ਭਾਵਨਾ ਵੀ ਡਿਵੈਲਪ ਹੁੰਦੀ ਹੈ, ਇੱਕ ਵਪਾਰਕ ਸੋਚ ਪੈਦਾ ਹੁੰਦੀ ਹੈ। ਉਸ ਤੋਂ ਬਾਅਦ ਹੌਲੀ ਹੌਲੀ ਵਪਾਰਕ ਸੋਚ ਦੇ ਨਾਲ ਹੀ ਤੁਸੀਂ ਆਪਣੀ ਉਹਦੀ ਸੈਲਫ ਮਾਰਕੀਟਿੰਗ ਕਰਦੇ ਹੋਏ ਉਹਦੇ ਤੋਂ ਵੱਧ ਮੁੱਲ ਲੈ ਲੈਂਦੇ ਹੋ। ਉਹਦੇ ਨਾਲ ਫਿਰ ਇੱਕ ਤੁਹਾਡੇ 'ਚ ਆਤਮ ਵਿਸ਼ਵਾਸ ਵੀ ਵੱਧਦਾ ਹੈ ਨਾ ਕਿ ਸਾਡਾ ਪ੍ਰੋਡਕਟ ਹੈ ਉਹ ਪਸੰਦ ਕੀਤਾ ਜਾ ਰਿਹਾ। ਫਿਰ ਹੌਲੀ ਹੌਲੀ ਲੋਕਲ ਮੰਡੀ ਤੋਂ ਨਿਕਲ ਕੇ ਤੁਸੀਂ ਬਾਹਰ ਦੀਆਂ ਮੰਡੀਆਂ, ਨੈਸ਼ਨਲ ਮਾਰਕੀਟ ਹੋ ਗਈ ਜਾਂ ਤੁਸੀਂ ਇੰਟਰਨੈਸ਼ਨਲ ਮਾਰਕੀਟ ਤੱਕ ਕਿਸੇ ਵੀ ਤੁਸੀਂ ਜੇਕਰ ਤੁਹਾਡਾ ਪ੍ਰਮਾਣਿਕਤਾ ਕਰਾਈ ਹੋਈ ਹੈ, ਫਿਰ ਤਾਂ ਤੁਸੀਂ ਆਪਣਾ ਪ੍ਰੋਡਕਟ ਹੈ ਜਿਹੜਾ ਉਹ ਐਕਸਪੋਰਟ ਵੀ ਕਰ ਸਕਦੇ ਹੋ ਹੌਲੀ ਹੌਲੀ। ਤਾਂ ਇਹ ਇੱਕ ਕਹਿ ਲਓ ਕਿ ਇੱਕ ਫਾਰਮਰ ਦੇ ਲਈ, ਇੱਕ ਪ੍ਰੋਡਿਊਸਰ ਦੇ ਲਈ, ਪ੍ਰੋਸੈਸਰ ਦੇ ਲਈ ਇਸ ਲਈ ਬਹੁਤ ਫਾਇਦੇਮੰਦ ਹੈ। ਉਸ ਤੋਂ ਬਾਅਦ ਇੱਕ ਜਿਹੜਾ ਖਪਤਕਾਰ ਹੈ ਉਹਨੂੰ ਕੁਆਲਿਟੀ ਪ੍ਰੋਡਕਟ ਮਿਲ ਰਿਹਾ ਹੈ ਨਾ, ਜਿਹੜਾ ਵੀ ਪ੍ਰੋਡਕਟ ਤਿਆਰ ਹੋ ਰਿਹਾ ਉਹਦੇ ਤੇ ਪ੍ਰਮਾਣਿਕਤਾ ਦਾ ਨਿਸ਼ਾਨ ਲੱਗਿਆ। ਹੁਣ ਸਾਡੇ ਕੋਲ ਕਿਸੇ ਕੋਲ ਵੀ ਇੰਨਾ ਟਾਈਮ ਨਹੀਂ ਹੈ ਕਿ ਅਸੀਂ ਕੋਈ ਚੀਜ਼ ਲੈ ਕੇ ਆਈਏ ਉਹਨੂੰ ਘਰੇ, ਪਹਿਲੀ ਗੱਲ ਤਾਂ ਨੌਲੇਜ ਹੀ ਨਹੀਂ ਹੈ ਕਿ ਉਹਨੂੰ ਟੈਸਟ ਕਿੱਦਾਂ ਕਰਨਾ ਹੈ, ਤੇ ਨਾ ਹੀ ਟਾਈਮ ਹੈ। ਤਾਂ ਸਾਨੂੰ ਵੀ ਇਹੀ ਹੁੰਦਾ ਕਿ ਜੋ ਚੀਜ਼ ਅਸੀਂ ਲੈ ਕੇ ਆ ਰਹੇ ਹਾਂ ਬਸ ਉਹਦੇ ਤੋਂ ਸਾਨੂੰ ਤਸੱਲੀ ਹੋਵੇ, ਉਹਦੇ ਤੇ ਕੋਈ ਮਾਰਕਾ ਲੱਗਿਆ ਵੀ ਹਾਂ ਇਹ ਟੈਸਟਡ ਹੈ ਹਨਾ। ਤਾਂ ਇੱਕ ਵਪਾਰੀ ਦੇ ਲਈ ਵੀ ਇੱਕ ਚੀਜ਼ ਕਹਿ ਲਓ ਕਿ ਇੱਕ ਪ੍ਰੋਡਿਊਸਰ ਤੋਂ ਲੈ ਕੇ ਇੱਕ ਖਪਤਕਾਰ ਤੱਕ ਚੀਜ਼ ਨੂੰ ਪਹੁੰਚਾਉਣਾ, ਉਹਦੀ ਮੂਵਮੈਂਟ ਕਰਨੀ, ਉਹਦੀ ਜਿਹੜੀ ਵਪਾਰ ਕਰਨਾ ਉਹਦੇ ਲਈ ਸੌਖਾ ਹੋ ਜਾਂਦਾ ਜੇਕਰ ਉਹਦੇ ਹੱਥ ਦੇ ਵਿੱਚ ਇੱਕ ਕੁਆਲਿਟੀ ਪ੍ਰੋਡਕਟ ਹੈ। ਗਵਰਨਮੈਂਟ ਨੂੰ ਵੀ ਰੈਵਨਿਊ ਜਨਰੇਟ ਹੁੰਦਾ ਹੈ ਕਿਉਂਕਿ ਜਿਹੜੇ ਜੋ ਵੀ ਉਹਦੇ 'ਚ ਚਾਰजेस ਲੱਗਦੇ ਆ, ਤਾਂ ਇਹ ਸਾਰੇ ਇਸ ਲਈ ਐਗ ਮਾਰਕੀਟ ਦਾ ਸਾਰਿਆਂ ਨੂੰ ਇਹ ਫਾਇਦਾ ਹੈ। ਬਾਕੀ ਇਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਲਾਸਟ ਦੇ ਵਿੱਚ ਇਹੀ ਕਹਿਣਾ ਚਾਹੂੰਗੀ ਕਿ ਆਪਣੇ ਜਿਹੜਾ ਤੁਹਾਡਾ ਪ੍ਰੋਡਕਟ ਹੈ ਉਹਨੂੰ ਵੱਧ ਤੋਂ ਵੱਧ ਆਪਣੀ ਪ੍ਰੋਡਿਊਸ ਤੋਂ ਪ੍ਰੋਡਕਟ ਬਣਾਓ, ਉਹਦੀ ਪ੍ਰੋਸੈਸਿੰਗ ਦੀ ਟ੍ਰੇਨਿੰਗ ਲਓ, ਉਹਦੀ ਪੈਕਿੰਗ ਦੀ, ਲੇਬਲਿੰਗ ਦੀ ਹਨਾ। ਫਿਰ ਤੁਸੀਂ ਦੇਖੋ ਕਿ ਤੁਹਾਡਾ ਜਿਹੜਾ ਪ੍ਰੋਡਕਟ ਹੈ ਉਹਦੀ ਡਿਮਾਂਡ ਬਾਰੇ ਦੇਖੋ ਕਿ ਜੋ ਤੁਸੀਂ ਪ੍ਰੋਡਕਟ ਤਿਆਰ ਕਰਨਾ ਚਾਹੁੰਦੇ ਹੋ ਉਹਦੀ ਜਿਹੜੀ ਡਿਮਾਂਡ ਹੈ ਉਹ ਸਪਤਾਹਿਕ ਹੈ, ਉਹਦੀ ਡੇਲੀ ਦੀ ਡਿਮਾਂਡ ਹੈ, ਜਾਂ ਉਹਦੀ ਹਫਤੇ 'ਚ 1-2 ਵਾਰੀ ਡਿਮਾਂਡ ਹੈ, ਜਾਂ ਉਹਦੀ ਮਹੀਨੇ 'ਚ 1-2 ਵਾਰੀ ਡਿਮਾਂਡ ਹੈ ਹਨਾ। ਉਸ ਬੇਸ ਤੇ ਤੁਸੀਂ ਆਪਣਾ ਪ੍ਰੋਡਕਟ ਉਵੇਂ ਤਿਆਰ ਕਰੋ ਤਾਂ ਜੋ ਕਿ ਜੇ ਰੋਜ਼ ਦੀ ਡਿਮਾਂਡ ਹੈ ਤਾਂ ਤੁਹਾਨੂੰ ਉਵੇਂ ਉਹਦੀ ਕੁਆਂਟੀਟੀ ਹੈ ਜਿਹੜੀ ਵਧਾਉਣੀ ਪਊਗੀ ਹੈ ਨਾ, ਤਾਂ ਜੋ ਕਿ ਜਿਹੜਾ ਕਸਟਮਰ ਤੁਹਾਡਾ ਬਣ ਗਿਆ ਉਹਨੂੰ ਰੈਗੂਲਰ ਸਪਲਾਈ ਹੁੰਦੀ ਰਹੇ, ਰੈਗੂਲਰ ਟਾਈਮ ਤੇ ਹੈ ਨਾ, ਨਿਯਮਤ ਟਾਈਮ ਤੇ ਨਿਯਮਤ ਸਪਲਾਈ ਹੋਵੇ। ਕਿਉਂਕਿ ਜੇ ਵਿੱਚ ਦੀ ਗੈਪ ਪੈ ਜਾਂਦਾ ਤਾਂ ਜਿਹੜਾ ਖਪਤਕਾਰ ਵੀ ਹੁੰਦਾ ਜਾਂ ਕੰਜ਼ਿਊਮਰ ਹੁੰਦਾ ਉਹ ਸ਼ਿਫਟ ਹੋ ਜਾਂਦਾ ਤੁਹਾਡੇ ਤੋਂ ਕਿਤੇ ਹੋਰ ਸਮਾਨ ਲੈਣ ਲੱਗ ਜਾਂਦਾ। ਇਸ ਲਈ ਆਪਣਾ ਜਿਹੜਾ ਪ੍ਰੋਡਕਟ ਤਿਆਰ ਕਰੋ ਉਹਦੇ ਲਈ ਇਹ ਅੱਗੋਂ ਦੀਆਂ ਗੱਲਾਂ ਕਿ ਜਦੋਂ ਤੁਸੀਂ ਸ਼ੁਰੂ ਕਰ ਲੈਂਦੇ ਹੋ ਕੰਮ ਹੌਲੀ ਹੌਲੀ, ਫਿਰ ਇਹ ਚੀਜ਼ਾਂ ਵੀ ਜ਼ਰੂਰੀ ਹੈ ਕਿ ਤੁਸੀਂ ਉਹਦੀ ਮੰਗ ਦੇ ਹਿਸਾਬ ਦੇ ਨਾਲ ਹਨਾ ਚੀਜ਼ ਨੂੰ ਤਿਆਰ ਕਰਨਾ, ਕਿਉਂਕਿ ਇਹ ਵੀ ਮੰਡੀਕਰਨ ਦੇ ਲਈ, ਸੱਜੇ ਮੰਡੀਕਰਨ ਦੇ ਲਈ, ਵਧੀਆ ਮੰਡੀਕਰਨ ਲਈ ਇਹ ਵੀ ਬਹੁਤ ਚੀਜ਼ਾਂ ਜ਼ਰੂਰੀ ਹੁੰਦੀਆਂ ਕਿ ਅਸੀਂ ਮੰਗ ਦੇ ਆਧਾਰ ਦੇ ਉੱਤੇ ਆਪਣਾ ਸਮਾਨ ਤਿਆਰ ਕਰਨਾ ਹੈ। ਜੇ ਰੋਜ਼ ਦੀ ਮੰਗ ਹੈ ਤਾਂ ਰੋਜ਼ ਜ਼ਿਆਦਾ ਤਿਆਰ ਕਰਨਾ, ਜੇ ਮਹੀਨੇ 'ਚ ਇੱਕ ਅੱਧੀ ਵਾਰੀ ਹੈ ਫਿਰ ਕਿਹੜੇ ਕਿਹੜੇ ਪ੍ਰੋਡਕਟ ਦੀ ਸ਼ਹਿਰਾਂ ਦੇ ਹਿਸਾਬ ਨਾਲ ਜਾਂ ਕਹਿ ਲਓ ਕਿ ਪਿੰਡਾਂ ਦੇ ਹਿਸਾਬ ਨਾਲ, ਸ਼ਹਿਰਾਂ ਦੇ ਵਿੱਚ ਕਿੰਨਾ ਚੀਜ਼ਾਂ ਦੀ ਡਿਮਾਂਡ ਹੈ ਉਸ ਹਿਸਾਬ ਨਾਲ ਤਿਆਰ ਕਰਨਾ। ਜੇਕਰ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਕੋਈ ਵਪਾਰ ਕਰਨਾ ਤਾਂ ਉੱਥੇ ਕਿਸ ਸਮਾਨ ਦੀ ਜ਼ਿਆਦਾ ਡਿਮਾਂਡ ਹੈ ਉਸ ਹਿਸਾਬ ਨਾਲ ਤਿਆਰ ਕਰਨਾ ਹੈ ਨਾ। ਫਿਰ ਜਿਹੜਾ ਇੱਕ ਕਹਿ ਲਓ ਕਿ ਇਸ਼ਤਿਹਾਰਬਾਜ਼ੀ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਮਾਰਕੀਟਿੰਗ
ਲਈ ਹੈਗੇ ਕਿ ਤੁਸੀਂ ਕਿੱਦਾਂ ਆਪਣੀ ਉਹਦੀ ਪ੍ਰੋਡਕਟ ਦੀ, ਚਾਹੇ ਆਪਣੇ ਖੇਤੀਬਾੜੀ ਵਿਭਾਗ ਦੇ ਥਰੂ ਜਿਨ੍ਹਾਂ ਨਾਲ ਤੁਸੀਂ ਆਪਣਾ ਲੈ ਰਹੇ ਹੋ, ਉਹ ਵੀ ਤੁਹਾਡੀ ਹੈਲਪ ਕਰਦੇ ਆ। ਆਊਟਲੈਟ ਉਹਨਾਂ ਦੇ ਵੀ ਆਪਣੇ ਖੋਲੇ ਹੋਏ ਹੈ ਜਿੱਥੇ ਉਹ ਤੁਹਾਡੇ ਪ੍ਰੋਡਕਟ ਨੂੰ ਸੇਲ ਕਰਨ ਦੇ ਲਈ ਹੈਲਪ ਕਰਦੇ ਆ। ਉਸ ਤੋਂ ਬਿਨਾਂ ਤੁਸੀਂ ਵੀ ਆਪਣਾ ਜਿਵੇਂ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ, ਵਟਸਐਪ ਵਗੈਰਾ ਤੇ ਗਰੁੱਪ ਬਣਾ ਕੇ ਤੁਸੀਂ ਆਪਣੇ ਪ੍ਰੋਡਕਟ ਦੀ ਜਿਹੜੀ ਐਡਵਰਟਾਈਜ਼ਮੈਂਟ ਕਰ ਸਕਦੇ ਆ। ਸੋ ਉਸ ਤੋਂ ਬਿਨਾਂ ਹੋਰ ਪ੍ਰੋਡਕਟ ਤੇ ਹੋਰ ਜਿੰਨੇ ਉਹਦੇ ਤੋਂ ਬਣਾ ਸਕਦੇ ਹੋ ਉਹ ਬਣਾ ਕੇ, ਇਸ ਤਰ੍ਹਾਂ ਦੀਆਂ ਕਈ, ਜਿਵੇਂ ਅਸੀਂ ਅਗਮਰਕ ਹੱਟ ਖੋਲੀਆਂ ਹੋਈਆਂ ਲੁਧਿਆਣੇ 'ਚ ਵੀ ਹੈ, PAU ਦੇ ਵਿੱਚ ਇੱਕ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨਤਾਰਨ, ਫਤਿਹਗੜ੍ਹ ਸਾਹਿਬ, ਮੋਹਾਲੀ, ਇੱਦਾਂ ਕਈ ਥਾਵਾਂ ਤੇ ਐਗਮਾਰਕ ਹੱਟ ਖੋਲੀਆਂ ਹੋਈਆਂ ਜਿੱਥੇ ਇੱਕ ਫਾਰਮਰ ਸਿੱਧਾ ਹੀ ਆਪਣਾ ਪ੍ਰੋਡਿਊਸ ਲਿਜਾ ਕੇ, ਪ੍ਰੋਡਕਟ ਲਿਜਾ ਕੇ ਜਿੱਥੇ ਸਿੱਧਾ ਹੀ ਆਪਣੇ ਉਹਨਾਂ ਨੂੰ ਸੇਲ ਕਰ ਸਕਦੇ ਆ। ਡਾਇਰੈਕਟ ਮਾਰਕੀਟਿੰਗ ਲਈ ਜਿਹੜਾ ਖੇਤੀਬਾੜੀ ਵਿਭਾਗ ਹੈ ਉਹ ਜੋ ਉਪਰਾਲੇ ਕਰ ਰਿਹਾ। ਸੋ ਇਹ ਸੀ ਐਗਮਾਰਕ ਬਾਰੇ। ਔਰ ਇਹ ਵੈਬਸਾਈਟ ਹੈ, ਤੁਸੀਂ ਨੋਟ ਕਰ ਸਕਦੇ ਹੋ ਕਿ ਤੁਹਾਡਾ ਕੋਈ ਵੀ ਪ੍ਰੋਡਕਟ ਹੈ, ਚਾਹੇ ਉਹ ਮੰਡੀ 'ਚ ਲੈ ਕੇ ਜਾਣਾ ਹੈ ਤਾਂ ਕਿਸੇ ਵੀ ਪ੍ਰੋਡਿਊਸ ਦੀ, ਚਾਹੇ ਉਹ ਕਣਕ, ਝੋਨਾ, ਆਲੂ, ਸਬਜ਼ੀਆਂ, ਫਰੂਟ, ਹਰ ਚੀਜ਼ ਦਾ ਇਹਦੇ ਤੇ ਰੇਟ ਲਿਖਿਆ ਹੋਊਗਾ। ਡੇਲੀ ਦਾ ਰੇਟ, ਹਰ ਮੰਡੀ ਦਾ ਰੇਟ ਹੋਊਗਾ ਕਿ ਇਹ ਕਿਹੜੀ ਮੰਡੀ 'ਚ ਕੀ ਰੇਟ ਚੱਲ ਰਿਹਾ ਹੈ ਨਾ। ਜਿਵੇਂ ਤੁਸੀਂ ਕੋਈ ਆਪਣਾ ਪ੍ਰੋਡਿਊਸ ਹੈ ਜਾਂ ਆਪਣੇ ਪ੍ਰੋਡਕਟ ਨੂੰ ਕਿਹੜੀ ਮੰਡੀ 'ਚ ਲਿਜਾ ਸਕਦੇ ਹੋ ਜਿੱਥੇ ਤੁਹਾਨੂੰ ਵੱਧ ਮੁੱਲ ਮਿਲ ਸਕਦਾ ਹੈ। ਸੋ ਇਹ ਵੈਬਸਾਈਟ ਤੋਂ ਬਹੁਤ ਜ਼ਿਆਦਾ ਨੌਲੇਜ ਮਿਲ ਜਾਂਦੀ ਹੈ ਕਿ ਮੰਡੀਆਂ ਦੇ ਰੇਟ ਬਾਰੇ, ਬਿਲਕੁਲ ਲੇਟੈਸਟ ਹਰ ਮੰਡੀ ਤੇ ਹਰ ਪ੍ਰੋਡਕਟ ਦੇ ਰੇਟ ਬਾਰੇ। ਸੋ ਇਹ ਸੀਗਾ ਸਾਰਾ ਐਗਮਾਰਕ ਬਾਰੇ। ਬਾਕੀ ਤੁਹਾਡਾ ਕੋਈ ਕੁਐਸਚਨ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ। ਥੈਂਕ ਯੂ ਮੈਮ, ਥੈਂਕ ਯੂ ਵੈਰੀ ਮਚ। ਤੁਸੀਂ ਬਹੁਤ ਹੀ ਡਿਟੇਲ ਦੇ ਵਿੱਚ ਜਿਹੜੀ ਐਗਮਾਰਕ ਤੋਂ ਬਿਨਾਂ ਵੀ ਤੁਸੀਂ ਮਾਰਕੀਟਿੰਗ ਦੇ ਲਈ ਬਹੁਤ ਜ਼ਰੂਰੀ ਨੁਕਤੇ ਸਾਂਝੇ ਕੀਤੇ। ਸੋ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਮੈਮ। ਤਾਂ ਕੋਈ ਵੀ ਐਸਪੈਕਟ ਅਧੂਰਾ ਨਹੀਂ ਰਿਹਾ, ਫਿਰ ਵੀ ਤੁਹਾਨੂੰ ਲੱਗਦਾ ਕੋਈ ਮੈਡਮ ਦੇ ਨਾਲ ਤੁਹਾਨੂੰ ਡਿਸਕਸ ਕਰਨ ਦੀ ਲੋੜ ਹੈ ਤੇ ਤੁਸੀਂ ਆਪਦਾ ਸਵਾਲ ਰੱਖ ਸਕਦੇ ਹੋ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਮ ਜਿਹੜਾ ਇੱਕ FSSAI ਦਾ ਲਾਇਸੈਂਸ ਹੁੰਦਾ ਜੀ, ਇਹਨਾਂ 'ਚ ਕੋਈ ਐਗਮਾਰਕ ਤੇ FSSAI ਦਾ ਇਹ ਅਲੱਗ-ਅਲੱਗ ਹੁੰਦੇ ਜੀ ਡਿਫਰੈਂਸ ਇਹਨਾਂ ਦੇ? ਜੋ FSSAI ਹੈ ਨਾ, ਇਹ ਹੈਗੇ ਸੇਫਟੀ ਸਟੈਂਡਰਡ ਗਵਰਨਮੈਂਟ ਆਫ ਇੰਡੀਆ ਦੇ। ਇਹਨੂੰ ਇਹਨਾਂ ਨੇ ਕੰਪਲਸਰੀ ਕੀਤਾ ਹੋਇਆ ਕਿ ਕੋਈ ਵੀ ਪ੍ਰੋਡਕਟ ਨੂੰ ਜੇਕਰ ਤੁਸੀਂ ਪੈਕ ਕਰਨ ਤੋਂ ਬਾਅਦ ਲੇਬਲਿੰਗ ਕਰਦੇ ਹੋ ਨਾ, ਤਾਂ ਇਹ ਇੱਕ ਤੁਹਾਨੂੰ ਲੈਣਾ ਜ਼ਰੂਰੀ ਹੈ ਨੰਬਰ, ਹਨਾ। ਉਹਦੇ ਵਿੱਚ ਕੀ ਹੁੰਦਾ, ਕੋਈ ਕੁਆਲਿਟੀ ਨਹੀਂ ਚੈੱਕ ਹੁੰਦੀ, ਜਸਟ ਇੱਕ ਉਹ ਇਸ ਚੀਜ਼ ਨੂੰ ਹੀ ਚੈੱਕ ਕਰਦੇ ਆ ਕਿ ਕੋਈ ਵੀ ਆਪਣਾ ਪ੍ਰੋਡਕਟ ਪੈਕ ਕਰਕੇ ਲੇਬਲ ਕਰਕੇ ਜੇਕਰ ਤੁਸੀਂ ਮਾਰਕੀਟ ਦੇ ਵਿੱਚ ਸੇਲ ਕਰਨਾ ਨਾ, ਤਾਂ ਉਹ ਵਾਲਾ ਜਿਹੜਾ ਹੈਗਾ ਲਾਇਸੈਂਸ ਲੈਣਾ ਜ਼ਰੂਰੀ ਹੈ। ਕਿਉਂਕਿ ਕੱਲ ਨੂੰ ਮੰਨ ਲਓ ਕੋਈ ਵੀ ਉਸ ਪ੍ਰੋਡਕਟ ਨੂੰ, ਵੈਸੇ ਤਾਂ ਉਹਦੀ ਕੁਆਲਿਟੀ ਟੈਸਟ ਨਹੀਂ ਹੁੰਦੀ ਗੀ ਉਹਦੇ 'ਚ ਪੈਕ ਕਰਨ ਤੋਂ ਪਹਿਲਾਂ, ਪਰ ਮੰਨ ਲਓ ਕਿਸੇ ਨੂੰ ਉਹਦੇ ਕੋਈ ਪ੍ਰੋਡਕਟ ਲੈਂਦਾ ਹੈ, ਉਹਨੂੰ ਕੋਈ ਪ੍ਰੋਬਲਮ ਲੱਗਦੀ ਹੈ ਜਾਂ ਕੋਈ ਸ਼ਿਕਾਇਤ ਹੁੰਦੀ ਹੈ, ਤਾਂ ਫਿਰ ਉਹ ਉਸ ਨੰਬਰ ਨੂੰ ਰਸੀਦ ਵੀ ਲੈਣੀ ਹੁੰਦੀ ਹੈ ਉਹਦੇ ਵਿੱਚ ਕਿ ਤੁਸੀਂ ਕੋਈ ਪ੍ਰੋਡਕਟ ਲਿਆ ਤਾਂ ਉਹਦੀ ਰਸੀਦ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ। ਤਾਂ ਤੁਸੀਂ ਉਹ FSSAI ਵਾਲਿਆਂ ਨੂੰ ਮਤਲਬ ਕੰਪਲੇਂਟ ਕਰ ਸਕਦੇ ਹੋ ਕਿ ਵੀ ਇਹ ਨੰਬਰ ਲੱਗਿਆ ਹੋਇਆ ਸੀ FSSAI ਉੱਪਰ, ਤਾਂ ਉਹ FSSAI ਵਾਲੇ ਚੈੱਕ ਕਰਾ ਸਕਦੇ ਹੋ ਉਹਦੀ ਕੁਆਲਿਟੀ, ਔਰ ਉਹਦੀ ਜੋ ਵੀ ਤੁਸੀਂ ਤੁਹਾਡੀ ਸ਼ਿਕਾਇਤ ਹੁੰਦੀ ਹੈ ਜਿਹਦੇ ਅਗੇਂਸਟ ਹੁੰਦੀ ਹੈ ਉਹ ਐਕਸ਼ਨ ਲੈ ਸਕਦੇ ਆ। ਤਾਂ ਉਹ FSSAI ਲੈਵਲ ਦੀ ਹੁੰਦੀ ਹੈ ਕਿ ਵੀ ਆਪਣਾ ਸੈਂਟਰ ਗਵਰਨਮੈਂਟ ਤੋਂ ਹੁੰਦੀ ਹੈ FSS ਦੀ ਜਿਹੜੀ? ਇਹਦਾ ਨਾ ਆਨਲਾਈਨ ਆਪਾਂ ਫੋਸਕੋਸ ਇੱਕ ਹੈਗੇ www.foscos.com, ਇਹਦੇ ਤੋਂ ਆਨਲਾਈਨ ਤੁਸੀਂ ਅਪਲਾਈ ਕਰ ਸਕਦੇ ਹੋ। 2000 ਫੀਸ ਹੁੰਦੀ ਹੈ। ਜੇਕਰ ਆਨਲਾਈਨ ਕਰਦੇ ਹੋ ਤਾਂ ਤੁਹਾਨੂੰ ਬਹੁਤ ਜਲਦੀ ਇਹ ਨੰਬਰ ਮਿਲ ਜਾਂਦਾ FSSAI। ਤੇ ਜਿਹੜਾ ਐਗਮਾਰਕ ਹੈ ਇਹ ਐਕਸਕਲੂਸਿਵਲੀ ਹੈ ਹੀ ਐਗਰੀਕਲਚਰ ਪ੍ਰੋਡਕਟਸ ਵਾਸਤੇ, ਜਾਂ ਜਿੰਨੇ ਵੀ ਸਹਾਇਕ ਧੰਦੇ ਹੋ ਗਏ ਐਗਰੀਕਲਚਰ ਨਾਲ, ਉਹਨਾਂ ਵਾਸਤੇ ਹੈ। ਇਹਦੇ ਵਿੱਚ ਤਾਂ ਪ੍ਰੋਪਰ ਕੁਆਲਿਟੀ ਟੈਸਟ ਹੁੰਦੀ ਹੈ। ਕੁਆਲਿਟੀ ਟੈਸਟ ਹੋਣ ਤੋਂ ਬਾਅਦ ਹੀ ਪ੍ਰੋਡਕਟ ਦੀ ਪੈਕਿੰਗ ਹੁੰਦੀ ਹੈ, ਚਾਹੇ ਉਹ ਛੋਟੀ ਤੋਂ ਛੋਟੀ ਤੋਂ ਵੱਡੀ ਪੈਕਿੰਗ ਤੱਕ, ਹੈ ਨਾ। ਬਟ FSSAI ਨੰਬਰ ਆ, ਉਹਨਾਂ ਨੇ ਇੱਕ ਜਸਟ ਸੇਫਟੀ ਸਟੈਂਡਰਡ ਲਈ ਇੱਕ ਕਹਿ ਲਓ ਕਿ ਨੰਬਰ ਕੀਤਾ ਹੋਇਆ ਕਿ ਵੀ ਕਿਸੇ ਵੀ ਫੂਡ ਇੰਡਸਟਰੀ ਦੇ ਵਿੱਚ ਤੁਸੀਂ ਜਾਣਾ ਹੈ, ਵਪਾਰ ਕਰਨਾ ਹੈ, ਕਿਸੇ ਆਪਣਾ ਲੇਬਲ ਲਗਾਉਣਾ ਹੈ, ਤਾਂ ਉਹ ਤੁਹਾਨੂੰ ਉਹ ਨੰਬਰ ਲਗਾਇਆ ਹੋਣਾ ਜ਼ਰੂਰੀ ਹੈ। ਜਿੱਦਾਂ ਪ੍ਰੋਡਕਟ ਤੇ ਕੀ ਇੰਗਰੀਡੀਐਂਟਸ ਆਪਣੇ ਹੋਣੇ ਚਾਹੀਦੇ ਜੀ, ਇਹ FSSAI ਤੋਂ ਕਿ ਐਗਮਾਰਕ ਤੋਂ ਪਤਾ ਲੱਗਦਾ ਜੀ ਆਪਣਾ ਪ੍ਰੋਡਕਟ ਦੇ ਇੰਗਰੀਡੀਐਂਟ? ਹਾਂਜੀ ਹਾਂਜੀ। ਕਿਸ ਤਰ੍ਹਾਂ ਕਹਿ ਰਹੇ ਹੋ ਕਿ ਕਿਵੇਂ ਇੰਗਰੀਡੀਐਂਟ? ਕਿਹਦੇ? ਪ੍ਰੋਟੀਨ ਦੀ ਮਾਤਰਾ ਕਿੰਨੀ ਉਹਦੇ ਚ, ਮੰਨ ਲਓ ਜਿੱਦਾਂ ਆਪਾਂ ਫਲੋਰ ਹੀ ਤਿਆਰ ਕਰਨਾ ਹੈ। ਨਹੀਂ, ਇਹ ਤਾਂ ਨਾ ਐਕਚੁਅਲੀ ਹਾਂ ਇਹ ਟੈਸਟ ਹੁੰਦੇ ਆ। ਟੈਸਟ ਹੋਣ ਤੋਂ ਬਾਅਦ ਹੀ ਤੁਹਾਨੂੰ ਪਤਾ ਚੱਲਦਾ ਕਿ ਇਹ 'ਚ ਪ੍ਰੋਟੀਨ ਕਿੰਨੀ, ਵਿਟਾਮਿਨ ਕਿੰਨੇ, ਮਿਨਰਲਸ ਕਿੰਨੇ, ਫੂਡ ਲੈਬਸ ਤੋਂ ਟੈਸਟ ਕਰਵਾ ਕੇ ਇੱਕ ਵਾਰੀ ਪ੍ਰੋਡਕਟ, ਉਹ ਸਾਰੀ ਨਿਊਟ੍ਰੀਸ਼ਨਲ ਇਨਫੋਰਮੇਸ਼ਨ ਹੈ ਜਿਹੜੀ ਉਹਦੇ ਉੱਪਰ ਦੇ ਦਿੱਤੀ ਜਾਂਦੀ ਹੈ। ਮੈਮ ਜਿਵੇਂ FSSAI ਮਤਲਬ ਮਿਲਦਾ ਹੈ ਤੇ ਮੇਰੇ ਖਿਆਲ ਉਹਨਾਂ ਦੀ ਵੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ। ਇਵਨ ਆਪਣੀਆਂ ਜਿਵੇਂ ਕੈਂਟੀਨਸ ਵਾਲਿਆਂ ਨੂੰ ਵੀ ਜਦੋਂ ਇਹ ਵਾਲਾ ਮਾਰਕਾ ਲੈਣਾ ਪੈਂਦਾ, ਸੋ ਟਾਈਮ ਟੂ ਟਾਈਮ ਉਹ ਮੋਨੀਟਰ ਵੀ ਕਰਦੇ ਆ। ਹਾਂਜੀ ਹਾਂਜੀ ਹਾਂ, ਹਨਾ, ਮੋਨੀਟਰ ਕਰਦੇ ਨੇਗੇ। ਹਾਂਜੀ, ਉਹ ਮੋਨੀਟਰ ਕਰਦੇ ਕਿ ਵੀ ਇਹ ਕਰਦੇ ਨੇ। ਕੁਆਲਿਟੀ ਕਿ ਇਹ ਪ੍ਰੋਪਰ ਕੁਆਲਿਟੀ, ਐਕਚੁਅਲੀ ਉਹਦਾ ਮੇਨ ਪਰਪਸ ਇਹ ਹੈ ਕਿ ਜੋ ਕੁਆਲਿਟੀ ਪੈਕ ਹੋਈ ਆ ਉਹ ਕੁਆਲਿਟੀ ਕਿੰਨੀ ਦੇਰ ਤੱਕ ਮੇਨਟੇਨ ਰਹਿੰਦੀ ਹੈ, ਵੀ ਉਹ ਮਤਲਬ ਇਸ ਤਰ੍ਹਾਂ ਦਾ ਪੈਕਿੰਗ ਮਟੀਰੀਅਲ ਇਸ ਤਰ੍ਹਾਂ ਦਾ ਹੋਵੇ ਕਿ ਕੁਆਲਿਟੀ ਮੇਨਟੇਨ ਰਵੇ, ਜਾਂ ਮਤਲਬ ਇਹ ਸਾਰੀਆਂ ਚੀਜ਼ਾਂ ਇਹ ਚੀਜ਼ ਮੋਨੀਟਰ ਕਰਦੇ। ਐਕਚੁਅਲੀ ਉਹਨਾਂ ਦਾ ਮੇਨ ਜਿਹੜਾ ਪਰਪਸ ਹੈ ਉਹ ਪੈਕਿੰਗ ਦੇ ਉੱਪਰ ਤੇ ਲੇਬਲਿੰਗ ਦੇ ਉੱਪਰ ਹੈ ਕਿ ਲੇਬਲਿੰਗ ਦੇ ਵਿੱਚ ਪ੍ਰੋਪਰ ਇਨਫੋਰਮੇਸ਼ਨ ਦਿੱਤੀ ਹੋਈ ਹੈ, ਇੱਕ ਜੋ ਚਾਹੀਦੀ ਹੈ, ਹਨਾ, ਜਾਂ ਪੈਕਿੰਗ ਮਟੀਰੀਅਲ। ਜੀ ਬਿਲਕੁਲ।
ਤਰ੍ਹਾਂ ਦਾ ਹੈ ਜਿਹਦੇ ਚ ਕੁਆਲਿਟੀ ਮੇਨਟੇਨ ਰਹਿ ਸਕਦੀ ਹੈ ਬਾਕੀ ਕੁਆਲਿटी। हाँ जी हाँ जी। हेलो मैडम, ये एक कंपनी है हमारी, उसमें घी के लिए हम घी बेचना चाह रहे हैं, शहद भी बेचना चाह रहे हैं, तो हर प्रोडक्ट के लिए एक एग मार्क के लिए अलग से अप्लाई करना होगा हर प्रोडक्ट के लिए? हाँ जी, अलग अलग, घी के लिए अलग, शहद के लिए अलग। और हर एक की फीस 10,000 होगी मैम? हाँ जी हाँ, 5 साल के लिए 10,000 है, रिन्यू कराना हो तो फिर 5,000 है 5 साल के बाद। और मैम हर लॉट जो बनेगा नया उसके लिए वापस सैंपल भेजना होगा उनको? हाँ जी हाँ, हर लॉट में, चाहे वो वीक में एक लॉट तैयार होता है, चाहे 2 दिन बाद होता है, चाहे 15 दिन बाद होता है, हर लॉट में ही सैंपल, क्योंकि सबकी क्वालिटी वेरी करती है ना। जैसे हनी का किसी फ्लोरा का है, कभी किसी फ्लोरा का है ना, या वैसे भी टाइम टू टाइम वो क्वालिटी तो उसकी वेरी करती है ना। तो जब भी कोई लॉट तैयार होगा, हर लॉट में से सैंपल लेके टेस्ट होगा। नहीं मैम, हम डेली बनाते हैं, जैसे घी बनाते हैं हम थोड़ा छोटे लेवल पे, उसके लिए करना। घी के लिए भी डेली ही सैंपल लिया जाएगा। और डेली सैंपल की रिस्पांसिबिलिटी हमारी होगी या खुद वो अपने आप कलेक्ट करेंगे? नहीं, वो डिपार्टमेंट वाले सैंपल कलेक्ट करते हैं और वो खुद ही आपको रिजल्ट देके खुद ही वहां पे पैकिंग करवाते हैं। अच्छा मैम, कि भी आज हमने दिया सैंपल तो 2 दिन बाद रिजल्ट आएगा, उसके बाद हमारे को अलाउड होगा कि वो मार्केटिंग के डब्बे में पैक करके हम छोड़ सकते हैं? हाँ जी। अच्छा ठीक, थैंक यू मैम। बहुत बहुत धन्यवाद मैम।